Welcome to Benipal's Biology. So students, today we will start the same chapter, The Living World, class 11 CBSE, as we done yesterday. ਇਹ ਵੀ ਆਪਾਂ ਪੰਜਾਬੀ 'ਚ ਹੀ ਕਰਾਂਗੇ। ਤੁਹਾਨੂੰ ਇਕੱਲੀ ਲਾਈਨ ਨੂੰ ਐਕਸਪਲੇਨ ਕੀਤਾ ਜਾਵੇਗਾ, ਠੀਕ ਹੈ। ਹਾਂ, ਤੇ ਆਪਾਂ ਨੇ ਜਿਵੇਂ ਕਿ ਕੱਲ੍ਹ ਕੀਤਾ ਸੀਗਾ 4 ਰੂਲਸ ਪੜ੍ਹੇ ਸੀਗੇ ਅਤੇ ਕੁਛ ਕੁ ਆਪਾਂ ਨੇ ਆਹ ਕੀਤੇ ਸੀਗੀਆਂ ਡੈਫੀਨੇਸ਼ਨਸ ਕੀਤੀਆਂ ਸੀਗੀਆਂ। ਤੁਹਾਨੂੰ ਯਾਦ ਹੀ ਹੋਣਾ ਵੀ ਆਪਾਂ ਨੇ ਕੁਛ ਬਾਇਓਡਾਇਵਰਸਿਟੀ ਬਾਰੇ ਕੀਤਾ ਸੀਗਾ ਵੀ ਬਾਇਓਡਾਇਵਰਸਿਟੀ ਕੀ ਹੁੰਦੀ ਹੈ। ਵੀ ਮੈਂ ਤੁਹਾਨੂੰ ਥੋੜ੍ਹਾ ਜਿਹਾ ਆਈਡੀਆ ਦੇ ਦੇਣਾ ਵੀ ਆਪਾਂ ਨੇ ਕੱਲ੍ਹ ਕੀ ਪੜ੍ਹਿਆ ਸੀਗਾ, ਠੀਕ ਹੈ। ਬਾਇਓਡਾਇਵਰਸਿਟੀ ਕੀ ਹੁੰਦੀ ਹੈ ਵੀ ਹੈ ਨਾ, ਜਿੰਨੇ ਨੰਬਰ ਆਫ ਔਰਗੈਨਿਜ਼ਮ ਨੇ ਆਪਣੇ ਇਸ ਧਰਤੀ 'ਤੇ, ਮਤਲਬ ਕਿ ਨੰਬਰ ਆਫ ਪਲਾਂਟਸ ਅਤੇ ਐਨੀਮਲਸ ਨੇ ਆਪਣੇ ਲਵੇ, ਉਸ ਨੂੰ ਬਾਇਓਡਾਇਵਰਸਿਟੀ ਕਿਹਾ ਜਾਂਦਾ ਹੈ। ਅਤੇ ਵੀ ਇਹ ਆਪਣੇ ਲਵੇ ਧਰਤੀ 'ਚ ਕਿੰਨੇ ਕੁ ਨੇ 1.7 ਤੋਂ ਲੈ ਕੇ 1.8 ਮਿਲੀਅਨ ਤੱਕ ਨੇ ਇਹ, ਠੀਕ ਹੈ। ਅਤੇ ਨੋਮੈਨਕਲਚਰ ਵੀ ਆਪਣੇ ਕੁਛ ਟਰਮਸ ਦੇਖੇ, ਨੋਮੈਨਕਲਚਰ ਵਗੈਰਾ, ਆਈਡੈਂਟੀਫਿਕੇਸ਼ਨ ਵਗੈਰਾ ਅਤੇ ਕਲਾਸੀਫਿਕੇਸ਼ਨ ਵਗੈਰਾ, ਠੀਕ ਹੈ। ਅਤੇ ਥੋੜ੍ਹਾ ਜਿਹਾ ਕਲਾਸੀਫਿਕੇਸ਼ਨ ਨੂੰ ਆਪਾਂ ਅੱਗੇ ਵੀ ਡਿਫਾਈਨ ਕਰਾਂਗੇ, ਜਿਸ ਨੂੰ ਘੱਟ ਸਮਝ ਆਈ ਹੋਊਗੀ। ਅਤੇ ਆਪਾਂ ਨੇ ਕੁਛ ICBN ਅਤੇ ICZN ਦੇ ਉਹ ਏਜੰਸੀ ਬਾਰੇ ਵੀ ਸੁਣਿਆ ਸੀਗਾ, ਜੋ ਕਿ ਨੇਮਿੰਗ ਕਰਦੇ ਨੇ। ਹੁਣ ਤੁਹਾਨੂੰ ਮੈਂ ਦੱਸ ਦੇਣਾ ਵੀ ਆਪਾਂ ਨੇ ਕੱਲ੍ਹ ਥੋੜ੍ਹਾ ਜਿਹਾ ਕੀ ਪੜ੍ਹਿਆ ਸੀਗਾ ਨਾ। ਨੋਮੈਨਕਲਚਰ ਕੀ ਸੀਗਾ ਤਾਂ ਨੇਮਿੰਗ, ਮਤਲਬ ਕਿ ਆਪਾਂ ਕਿਸੇ ਚੀਜ਼ ਨੂੰ ਅਗਰ ਕੋਈ ਨਾਮ ਦਿੰਦੇ ਹਾਂ ਤਾਂ ਉਸ ਨੂੰ ਨੋਮੈਨਕਲਚਰ ਕਿਹਾ ਜਾਂਦਾ। ਆਈਡੈਂਟੀਫਿਕੇਸ਼ਨ ਕੀ ਹੁੰਦਾ, ਮਤਲਬ ਕਿ ਆਪਾਂ ਜੇ ਕਿਸੇ ਦੇ ਕੀ ਫੀਚਰ, ਮਤਲਬ ਕਿ ਕਰੈਕਟਰਸ ਦੇਖਦੇ ਹਾਂ, ਉਸ ਨੂੰ ਆਈਡੈਂਟੀਫਿਕੇਸ਼ਨ ਕਹਿੰਦਾ। ਮਤਲਬ ਕਿ ਆਪਾਂ ਜੇ ਕਿਸੇ ਚੀਜ਼ ਦੇ ਗੁਣ 'ਤੇ ਬੇਸ 'ਤੇ ਉਸ ਨੂੰ ਡਿਵਾਈਡ ਕਰ ਦਿੰਦੇ ਹਾਂ ਤਾਂ ਉਸ ਦੀ ਆਈਡੈਂਟੀਫਾਈ ਕਰ ਰਹੇ ਹਾਂ ਆਪਾਂ, ਠੀਕ ਹੈ। ਉਸ ਨੂੰ ਆਈਡੈਂਟੀਫਾਈ ਕਰ ਰਹੇ ਹਾਂ ਅਤੇ ਉਹਨਾਂ ਗੁਣਾਂ ਦੇ ਬੇਸ 'ਤੇ ਅਗਰ ਆਪਾਂ ਕਿਸੇ ਚੀਜ਼ ਨੂੰ ਡਿਵਾਈਡ ਕਰ ਰਹੇ ਹਾਂ ਤਾਂ ਉਸ ਨੂੰ ਕੀ ਕਿਹਾ ਜਾਊਗਾ, ਕਲਾਸੀਫਿਕੇਸ਼ਨ। ਕੀ ਕਿਹਾ ਜਾਊਗਾ, ਕਲਾਸੀਫਿਕੇਸ਼ਨ, ਠੀਕ ਹੈ। ਅਤੇ ਇਹ ਚੀਜ਼ਾਂ ਨੋਮੈਨਕਲਚਰ ਵਗੈਰਾ ਤੁਹਾਨੂੰ ਪਤਾ ਹੀ, ICBN ਅਤੇ ICZN ਕਰਦੇ ਨੇ, ਇੰਟਰਨੈਸ਼ਨਲ ਕੋਡ ਫॉर ਬੋਟਨੀਕਲ ਨੋਮੈਨਕਲਚਰ ਅਤੇ ਇੰਟਰਨੈਸ਼ਨਲ ਕੋਡ ਫॉर ਜੂਲੋਜੀਕਲ ਨੋਮੈਨਕਲਚਰ, ਠੀਕ ਹੈ। ਅਤੇ ਇਹ ਜਿਹੜੇ ਹੁਣ ਨਾਮ ਰੱਖੇ ਜਾਂਦੇ ਨੇ ਉਹ ਕਿਸ ਤਰ੍ਹਾਂ ਰੱਖੇ ਜਾਂਦੇ ਨੇ, ਇਹ ਮਤਲਬ ਕਿ ਦੋ ਕੰਪੋਨੈਂਟਸ ਦੇ ਬੇਸ 'ਤੇ ਰੱਖੇ ਜਾਂਦੇ ਨੇ। ਕਿਵੇਂ ਜੈਨਰਿਕ ਨੇਮ ਅਤੇ ਸਪੈਸੀਫਿਕ ਐਪੀਥੈਟ ਦੇ ਨੇਮ 'ਤੇ ਰੱਖੇ ਜਾਂਦੇ ਨੇ, ਠੀਕ ਹੈ। ਅਤੇ ਇਹ ਦੋ ਕੰਪੋਨੈਂਟ ਨੇ, ਤਾਂ ਕਰਕੇ ਇਸ ਨੂੰ ਹੈ ਆਪਾਂ ਇਹ ਸਿਸਟਮ ਨੂੰ ਆਪਾਂ ਕੀ ਕਹਾਂਗੇ, ਬਾਇਨੋਮੀਅਲ ਨੋਮੈਨਕਲਚਰ। ਅਤੇ ਇਹ ਕਿਸ ਨੇ ਦਿੱਤਾ ਸੀਗਾ, ਕਾਰਲਸ ਲੀਨਸ। ਇਹ ਤੁਸੀਂ ਛੋਟੇ ਟਰਮਸ ਨੇ ਜੋ ਯਾਦ ਰੱਖਣੀਆਂ ਨੇ, ਜੋ ਕਿ ਇੰਪੋਰਟੈਂਟ ਨੇ, ਠੀਕ ਹੈ। ਅਤੇ ਕੱਲ੍ਹ ਥੋੜ੍ਹਾ ਜਿਹਾ ਆਪਾਂ ਨੇ ਕੀਤਾ ਸੀਗਾ ਵੀ 4 ਰੂਲਸ ਕੀਤੇ ਸੀਗੇ ਥੋੜ੍ਹੇ ਜਿਹੇ। ਅਤੇ ਆਪਾਂ ਨੇ ਇੱਕ ਸਾਇੰਟੀਫਿਕ ਨੇਮ ਦੇਖੇ ਸੀ, ਮੈਂਜੀਫੇਰਾ ਇੰਡੀਕਾ ਦਾ ਆਪਾਂ ਨੇ ਛੋਟਾ ਜਿਹਾ ਸਾਇੰਟੀਫਿਕ ਨੇਮ ਦੇਖੇ, ਜੋ ਕਿ ਇੱਕ ਮੈਂਗੋ ਦਾ ਨੇਮ ਹੈ, ਠੀਕ ਹੈ। ਹੁਣ ਆਪਾਂ ਉਹ ਦੇਖ ਦਿੰਦੇ ਹਾਂ ਇੱਕ ਵਾਰ, ਛੋਟੇ ਮਤਲਬ ਕਿ ਐਕਸਪਲੇਨੇਸ਼ਨ ਦੇਖਦੇ ਹਾਂ ਵੀ ਉਹ ਰੂਲਸ ਹੈ ਕੀ ਸੀਗੇ ਦੁਬਾਰਾ ਸਾਨੂੰ ਸਮਝਾਉਣ ਵਾਸਤੇ, ਠੀਕ ਹੈ। ਉਹ ਰੂਲਸ ਹੈ ਕੀ ਸੀਗੇ, ਜਿਵੇਂ ਕਿ ਜਿਹੜਾ ਉਹ ਹੈ, ਜਦੋਂ ਆਪਾਂ ਕਿਸੇ ਦਾ ਨਾਮ ਲਿਖਦੇ ਹਾਂ, ਕਿਸੇ ਦੀ ਵੀ ਨੇਮਿੰਗ ਕਰਦੇ ਹਾਂ ਤਾਂ ਉਹ ਕਿਸ 'ਚ ਕੀਤੀ ਹੋਊਗੀ, ਕਿਸ ਭਾਸ਼ਾ 'ਚ ਕੀਤੀ ਹੋਊਗੀ। ਉਹ ਲੈਂਗੁਏਜ ਕੀ ਹੈ, ਲੈਟਿਨ। ਲੈਂਗੁਏਜ ਕੀ ਹੈ, ਲੈਟਿਨ, ਠੀਕ ਹੈ। ਲੈਟਿਨ ਲੈਂਗੁਏਜ ਹੈ। ਅਤੇ ਉਹ ਕਿਸ ਤਰ੍ਹਾਂ ਲਿਖੀ ਹੋਊਗੀ, ਇਟੈਲਿਕਸ 'ਚ ਲਿਖੀ ਹੋਊਗੀ। ਕਿਸ ਫੋਰਮ 'ਚ, ਮਤਲਬ ਕਿ ਜਿਵੇਂ ਟੇਢੀ ਜਿਹੇ ਅੱਖਰ ਤੁਹਾਨੂੰ ਦੱਸਿਆ ਸੀ ਉਹ ਹੈਗੇ ਇਟੈਲਿਕਸ 'ਚ, ਕਿ ਕਿਸ ਪ੍ਰਕਾਰ ਨਾਲ ਲਿਖੇ ਜਾਂਦੇ ਨੇ, ਠੀਕ ਹੈ। ਅਤੇ ਇਹ ਆਪਾਂ ਮਤਲਬ ਕਿ ਇਸਨੂੰ ਉਹ 'ਚ ਡਿਫਾਈਨ ਕੀਤਾ ਜਾਂਦਾ, ਮਤਲਬ ਕਿ 2 ਕੰਪੋਨੈਂਟ ਹੁੰਦੇ ਨੇ ਇਸਦੇ ਨਾਮ ਦੇ, ਜੀਨਸ ਅਤੇ ਸਪੈਸੀਫਿਕ ਐਪੀਥੈਟ। ਤੁਸੀਂ ਯਾਦ ਰੱਖਣੇ, ਕਿਉਂਕਿ ਇਹ 4 ਰੂਲਸ ਕਈ ਵਾਰ 3 ਜਾਂ 4 ਨੰਬਰ ਦੇ ਫੋਰਮ 'ਚ ਪੁੱਛ ਲੈਂਦਾ CBSE 'ਚ, ਠੀਕ ਹੈ। ਅਤੇ ਹੁਣ ਇਹ ਵੀ ਤੁਹਾਨੂੰ ਦੱਸਿਆ ਸੀ ਕੱਲ੍ਹ ਵੀ ਜਿਹੜੇ ਉਹ ਹੋਣੇ ਨਾਮ ਨੇ, ਉਹ ਜਦੋਂ ਆਪਾਂ ਹੱਥੀਂ ਲਿਖਦੇ ਹਾਂ ਤਾਂ ਆਪਾਂ ਉਸ ਨੂੰ ਕਿਵੇਂ ਲਿਖਾਂਗੇ, ਅੰਡਰਲਾਈਨ ਕਰਕੇ। ਜਿਵੇਂ ਕਿ ਹੁਣ ਮੈਂ ਮਤਲਬ ਕਿ ਸੈਪਰੇਟਲੀ ਅੰਡਰਲਾਈਨ ਦਾ ਮਤਲਬ ਤੁਹਾਨੂੰ ਸਮਝਾ ਦੇਣਾ ਮੈਂ। ਜਿਵੇਂ ਇੱਕ ਆਪਾਂ ਮੈਂਜੀਫੇਰਾ ਇੰਡੀਕਾ ਦਾ ਨਾਮ ਲਿਖਦੇ ਹਾਂ, ਮੈਂਜੀਫੇਰਾ ਇੰਡੀਕਾ ਦਾ ਨਾਮ ਲਿਖਦੇ ਜਦੋਂ, ਤਾਂ ਆਪਾਂ ਉਸ ਨੂੰ ਸੈਪਰੇਟਲੀ, ਮਤਲਬ ਕਿ ਇਕੱਲੇ ਇਸ ਨੂੰ ਅਤੇ ਇਕੱਲੇ ਇਸ ਨੂੰ ਇਸ ਤਰ੍ਹਾਂ ਅੰਡਰਲਾਈਨ ਕਰਦੇ ਹਾਂ, ਠੀਕ ਹੈ। ਇਕੱਲਾ ਕਰਕੇ, ਨਾ ਕਿ ਉਸ ਨੂੰ ਇਕੱਠੀ ਲਾਈਨ ਨਾਲ ਕਰਦੇ ਹਾਂ, ਠੀਕ ਹੈ। ਐਂ ਨਹੀਂ ਕਰਦੇ, ਇਕੱਲਾ ਕਰਕੇ, ਠੀਕ ਹੈ। ਇਸ ਤਰ੍ਹਾਂ ਆਪਾਂ ਨੂੰ ਕਰਦੇ। ਪਰ ਜਦੋਂ ਆਪਾਂ ਪ੍ਰਿੰਟਡ ਫਾਰਮ 'ਚ ਲਿਖਦੇ ਹਾਂ ਤਾਂ ਆਪਾਂ ਉਸ ਨੂੰ ਟੇਢਾ ਕਰਕੇ ਲਿਖ ਦਿੰਦੇ ਹਾਂ, ਇਟੈਲਿਕਸ ਦੀ ਫਾਰਮ 'ਚ, ਠੀਕ ਹੈ। ਇਟੈਲਿਕਸ ਦੀ ਫਾਰਮ 'ਚ ਲਿਖ ਦਿੰਦੇ ਹਾਂ। ਅਤੇ ਜਿਵੇਂ ਕਿ ਆਪਾਂ ਨੇ ਕੱਲ੍ਹ ਪੜ੍ਹਿਆ ਸੀਗਾ ਵੀ ਜਿਹੜਾ ਜੀਨਸ ਆ ਉਹ ਕੈਪੀਟਲ ਲੈਟਰ ਦੇ ਨਾਲ ਸਟਾਰਟ ਹੁੰਦਾ ਹੈ, ਅਤੇ ਜਿਹੜਾ ਉਹ ਹੈ ਆਪਣਾ ਸਪੈਸੀਫਿਕ ਐਪੀਥੈਟ ਉਹ ਸਮਾਲ ਲੈਟਰ ਦੇ ਨਾਲ ਸਟਾਰਟ ਹੁੰਦਾ। ਜਿਵੇਂ ਕਿ ਮੈਂਜੀਫੇਰਾ ਇੰਡੀਕਾ ਇਸ ਕੈਪੀਟਲ ਲੈਟਰ 'ਚ ਲਿਖਿਆ ਇਹਨਾਂ ਨੇ, ਦੇਖ ਲਓ ਕੈਪੀਟਲ ਲੈਟਰ 'ਚ ਹੈ, ਅਤੇ ਜਿਹੜਾ ਇੰਡੀਕਾ ਉਹ ਸਮਾਲ ਲੈਟਰ 'ਚ ਹੈ। ਇਸਨੇ ਛੋਟੀ ਚੀਜ਼ਾਂ ਯਾਦ ਰੱਖਣੀਆਂ ਨੇ। ਅਤੇ ਆਪਣੇ ਕੁਝ ਅੱਗੇ ਦੇਖਿਆ ਸੀਗਾ ਵੀ ਆਪਾਂ ਕਦੇ ਵੀ ਹੈ ਨਾ, ਕਦੇ ਵਾਸਤੇ ਨਾ ਆਪਾਂ ਮਤਲਬ ਕਿ ਆਪਾਂ ਕਦੇ ਨਾ ਉਸ ਸਾਇੰਟਿਸਟ ਦਾ ਨਾਮ ਲਿਖ ਦਿੰਦੇ ਜਿਹਨੇ ਕਿਸੇ ਨੇ ਕੋਈ ਖੋਜ ਕੀਤੀ ਹੈ। ਜਿਵੇਂ ਕਿ ਹੁਣ ਮੈਂਜੀਫੇਰਾ ਇੰਡੀਕਾ ਇਸਨੇ ਖੋਜ ਕੀਤੀ, ਤਾਂ ਕਰਕੇ ਇਸ ਦਾ ਸਾਇੰਟਿਸਟ ਦਾ ਨਾਮ ਪਿਆ ਗਿਆ ਲੈਨ। ਪਰ ਇਸ ਦੀ ਫੁੱਲ ਫਾਰਮ ਨਹੀਂ ਆਪਾਂ ਲਿਖਦੇ, ਮਤਲਬ ਕਿ ਆਪਾਂ ਇਹਦੀ ਪੂਰਾ ਨਾਮ ਨਹੀਂ ਲਿਖਦੇ ਇਸਦਾ ਸਿਰਫ ਛੋਟਾ ਜਿਹਾ ਨਾਮ ਲੈਨ ਲਿਖ ਦਿੰਦੇ। ਜਿਵੇਂ ਕਿ ਇਹ ਮੈਂਜੀਫੇਰਾ ਇੰਡੀਕਾ ਨੇ ਭਾਲਿਆ ਸੀਗਾ ਲਿਨਸ ਨੇ, ਤਾਂ ਕਰਕੇ ਆਪਾਂ ਸਾਇੰਟਿਸਟ ਦਾ ਨਾਮ ਛੋਟੀ ਫਾਰਮ 'ਚ ਲਿਖ ਦਿੰਦੇ ਲੈਨ, ਠੀਕ ਹੈ।
ਇਹ ਛੋਟੀ ਛੋਟੀ ਚੀਜ਼ਾਂ ਤੁਸੀਂ ਨੇ ਯਾਦ ਰੱਖਣੀਆਂ ਨੇ। ਤੇ ਕਲਾਸੀਫਿਕੇਸ਼ਨ ਤੁਹਾਨੂੰ ਮੈਂ ਕੱਲ੍ਹ ਵੀ ਸਮਝਾਇਆ ਸੀਗਾ ਤੇ ਅੱਜ ਵੀ ਥੋੜ੍ਹਾ ਸਾਨੂੰ ਮੈਂ ਡਿਟੇਲ ਸਮਝਾ ਦਿੰਦਾ, ਛੋਟੇ ਛੋਟੇ ਕਰਕੇ, ਬਲਕਿ ਇੱਕ ਸ਼ਾਰਟ ਫਾਰਮ 'ਚ ਸਮਝਾ ਦੇਣਾ, ਡਿਟੇਲ 'ਚ ਨਹੀਂ। Classification is the process by which anything is classified to convenient categories based on some easily observable characters। ठीक है, मतलब कि कुछ करैक्टरस के बेस ते, जिवें मैं दस्सिया कुछ करैक्टरस के बेस ते, जिवें कोई आपां लैंदे आ जिहड़े हुण फिश हुंदे ने, कित्थे रहिंदे ने, पानी च रहिंदे ने, ते जिवें आपां मैमल्स हुंदे ने ज़्यादातर जमीन ते रहिंदे आ। ठीक है, जे आपां मैमल्स आ ओह ज़्यादातर जमीन ते ही रहिंदे आ। ठीक है, लैंड ते ही रहने हैं। ये छोटी छोटी चीज़ां तुसीं जो याद रखनी भी क्लासीफिकेशन होंदी है भी कुछ कन्वीनियंट करैक्टरस के बेस ते आपां उन्हां नूं है ना अलग अलग वो ग्रुप्स च डिवाइड कर दिंदे हैं। ठीक है, इस तरह अगे इन्होंने की कहा, आप पढ़ लें। फॉर एग्जाम्पल फिर अगे इन्होंने एक दो एग्जाम्पल दी थी। ठीक है, वी ईजली रिकोगनाइज ग्रुप्स सच एज प्लांट्स और एनिमल्स और डॉग्स, कैट्स और इंसैक्ट्स। ये छोटे छोटे ग्रुप्स इन्होंने डिवाइड किए, मतलब कि आप जिवें हुण तुसीं ला लो कुत्ता दे बिल्ली किन्ने एक दूजे तो अलग ने, इस तरह अपन वो कर दें। तो इंसैक्ट्स वो किन्ने छोटे ने, तुसीं इस तरह अपन वो कर दें। तो तुहानूं पता है जिहड़े प्लांट्स हुंदे ने ज़्यादातर मूव नहीं कर सकते, तुर नहीं सकते, तो जिहड़े ज़्यादातर एनीमल्स हुंदे ने वो तुर सकते हैं। ये छोटी छोटी चीज़ां ने जो तुसीं याद ही रखनियां ने, मतलब कि भी आप क्लासीफाई उस नाल उन्होंने किवें करते हैं। ठीक है, इस इन्होंने एग्जाम्पल इन्नी याद करने की लोड़ नहीं हैगी। तो अगे आप याद करना, द मूवमेंट वी यूज़ एनी ऑफ दिस टर्म्स वी एसोसीएट सर्टन करैक्टर्स विद ऑर्गेनिज्म इन द ग्रुप्स। ठीक है, भी आप ग्रुप्स डिवाइड कर देना, ये चीज़ इन्होंने कही है। वट इमेज डू यू सी वैन यू थिंक ऑफ डॉग, मतलब कि जो तुम डॉग बारे सोच रहे हो तो ऑबवियसली मतलब कि थोड़े दिमाग अंदर डॉग ही आता होगा, ना कि कैट। ठीक है, इन्हें यही कहा, सिंपली इन्होंने यही कहा। तो जो आप किसी मतलब कि मैमल्स बारे सोचते हैं तो अपन की याद आता है भी उन्होंने भी एक्सटर्नल ईयरस होंगे, मतलब कि बाहरों बाहर ही, मतलब कि जो उन्होंने वड्डे वड्डे कन्न होंगे, जिवें अपने होंगे कन्न बाहर, जिन्होंने अपना पिन्ना कहने वो की होंगे एक्सटर्नल ईयर, मतलब कि जिवें वो मैमल्स लवे उन्होंने फीचर है, मैमल्स का फीचर है, मतलब कि जो कन्न बाहर कन्न ने, या फिर बॉडी के हेयर ने, जो आप बॉडी के हेयर देखते हैं छोटे छोटे, ये की ने की फीचर ने, मैमल्स के फीचर ने। ठीक है, लाइक वाइज इन प्लांट्स इफ वी टाक अबाउट वीट, जो आप वीट बारे मतलब कि आप जो कणक बारे गल करते हैं तो अपने दिमाग अंदर ना वीट की ही फोटो आऊगी, मतलब कि वीट की ही अपने दिमाग च आऊगा, ना कि राइस, मतलब कि अपने दिमाग के अंदर कोई राइस का मतलब कि वह चौलों का कोई पौधा नहीं आता। ठीक है, अपने दिमाग के अंदर अपने अंदर कणक का ही नाम आऊगा। ठीक है, हैंस ऑल दीज डॉग्स, कैट्स, मैमल्स, वीट, राइस, प्लांट्स, एनिमल एटसैक्ट्रा कन्वीनियंट करैक्टरस के बेस पर इन्होंने कैटेगराइज किया जाता है, कैटेगरीज के अंदर डिवाइड किया जाता है। ठीक है, तो द साइंटिफिक टर्म फॉर दीज कैटेगरीज इज टैक्सा, मतलब कि जो अपन अलग अलग ग्रुप्स अंदर डिवाइड कर दें तो उस वास्ते हर एक कैटेगरी के ग्रुप को आप की कहने, टैक्सा कहने। हर एक कैटेगरी के ग्रुप को, चाहे छोटा चाहे वड्डा, हर एक कैटेगरी के ग्रुप को आप की कहने, टैक्सा कहने, टैक्सा। ये तुसीं नाम याद रखना टैक्सा। ठीक है, क्योंकि अगे बहुत कम आऊगा अपने। हेयर यू मस्ट रिकोगनाइज दैट टैक्सा कैन इंडिकेट आल्सो आ टैक्सा, मतलब कि जोड़ा एक टैक्स है वो दूजे टैक्स में डिफाइन कर सकता, मतलब कि आइडेंटिफाई कर, जिवें एक टैक्स है जिवें प्लांट्स है उन्होंने आप टैक्सा कहांगे, पर अगे उसके डिवीजन भी ने, मतलब कि अगे उसदियां कैटेगरीज में प्लांट कर एक तरह का होंगे, वो भी अलग अलग प्रकार के होंगे, तो उस प्रकार के भी आप टैक्सा ही कहांगे, ना कि कुछ होर कहांगे। ठीक है, सिमिलरली इन एनीमल्स, डॉग्स, कैट्स जो भी है अपन सारे ही मतलब कि एनीमल कहने तो एनीमल भी आप टैक्स कहांगे। तो अगे जो कैटेगरी ने, कैटेगरी कि जिवें अगे मैमल्स, एव्स की होंगे ने, बर्ड्स, ये भी तुसीं टर्म याद रखने। ठीक है, बर्ड्स नूं आपां कहने एव्स। ठीक है, बर्ड्स वगैरह नूं भी आपां टैक्सा ही कहने, ना कि कुछ होर कहने, टैक्सा ही कहांगे। ठीक है, तो अगे आप हैंस ऑन द बेस्ड ऑन करैक्टर्स ऑल लिविंग ऑर्गेनिज्म कैन क्लासीफाइड इनटू डिफरेंट टैक्सा, हैंस बेस्ड ऑन करैक्टरिस्टिक्स ऑल लिविंग ऑर्गेनिज्म कैन बी क्लासीफाइड इनटू डिफरेंट टैक्सा। इस तरह आप उन्होंने डिफरेंट टैक्सा च डिवाइड करते हैं। तो इस टैक्सा इस तरह मतलब कि क्लासीफाई करके डिवाइड करने आप की कहने, क्लासीफाई करके डिफाइन करने आप की कहने, उस टैक्सा आप डिफाइन करके आप की कहने, टैक्सानॉमी की कहने, टैक्सानॉमी एक तरह की स्टडी होंगी है। ठीक है, टैक्सानॉमी भी आप किसी भी एक टैक्सा की आप कोई भी स्टडी करिए, जिवें एनीमल्स उत्ते स्टडी करिए, जो आप
एनिमल्स भी एक टैक्स है, ठीक है। जब आप इस उत्ते स्टडी करते हैं तो आप इनू की कहांगे, टैक्सोनॉमी कहांगे जब आप इस उत्ते स्टडी करते हैं भी एनिमल्स की होंगे ने ते इस दे मतलब कि की गुण ने, इन्होंने आप की कहांगे टैक्सोनॉमी। एक्सटर्नल एंड इंटरनल स्ट्रक्चर अलॉन्ग द स्ट्रक्चर ऑफ सेल development process and ecological information of organism are essential and form the basis of modern taxonomic studies। मतलब कि छोटे छोटे ਜਿਹੜੀਆਂ ਕਰੈਕਟਰਿਸਟਿਕਸ ਨੇ ਨਾ ਇਹਨਾਂ ਨੂੰ ਮਤਲਬ ਕਿ ਅੱਗੇ ਕੈਟਾਗਰੀਜ਼ ਡਿਵਾਈਡ ਕਰਦੇ ਨੇ, ਸਿੰਪਲੀ ਇਹਨੇ ਹੀ ਕਿਹਾ। ਅਤੇ ਕਰੈਕਟਰਾਈਜੇਸ਼ਨ ਅਤੇ ਆਈਡੈਂਟੀਫਿਕੇਸ਼ਨ, ਕਲਾਸੀਫਿਕੇਸ਼ਨ, ਨੋਮੈਨਕਲਚਰ ਅਤੇ ਦਾ ਪ੍ਰੋਸੈਸ ਡੈਟ ਆਰ ਬੇਸਿਕ ਆਫ ਟੈਕਸੋਨੋਮੀ। ਜਦੋਂ ਆਪਾਂ ਨੇਮਿੰਗ ਕਰਕੇ ਮਤਲਬ ਕਿ ਆਈਡੈਂਟੀਫਾਈ ਕਰਕੇ ਪਹਿਲਾਂ ਆਈਡੈਂਟੀਫਾਈ ਕਰਕੇ ਉਸਦੀ ਨੇਮਿੰਗ ਕਰਨੀ, ਉਸਦਾ ਨਾਮ ਰੱਖਣਾ, ਨੇਮਿੰਗ ਕਰਨੀ ਮਤਲਬ ਕਿ ਨੋਮੈਨਕਲਚਰ ਕਰਕੇ ਅਤੇ ਉਸ ਨੂੰ ਅਲੱਗ-ਅਲੱਗ ਕੈਟਾਗਰੀਜ਼ 'ਚ ਡਿਵਾਈਡ ਕਰਨਾ, ਆਪਾਂ ਉਸ ਨੂੰ ਆਪਾਂ ਕੀ ਕਹਾਂਗੇ, ਟੈਕਸੋਨੋਮੀ ਕਹਾਂਗੇ, ਠੀਕ ਹੈ। ਟੈਕਸੋਨੋਮੀ ਇਜ਼ ਨੋਟ ਸਮਥਿੰਗ ਨਿਊ, ਮਤਲਬ ਕਿ ਸ਼ੁਰੂ ਤੋਂ ਹੀ ਚੱਲਦਾ ਆ ਰਿਹਾ ਵੀ ਜਿਹੜਾ ਹਿਊਮਨ ਹੈ ਉਹ ਅਲੱਗ-ਅਲੱਗ ਮਤਲਬ ਕਿ ਔਰਗੈਨਿਜ਼ਮ ਮਤਲਬ ਕਿ ਪਲਾਂਟਸ ਅਤੇ ਐਨੀਮਲਸ ਦੀ ਵਰਾਇਟੀਆਂ 'ਚ ਇੰਟਰਸਟਡ ਰਿਹਾ। ਜੇ ਆਪਾਂ ਆਲੇ ਦੁਆਲੇ ਦੇਖਾਂਗੇ ਆਪਾਂ ਅੱਜ ਕੱਲ੍ਹ ਕਿੰਨੇ ਪ੍ਰਕਾਰ ਦੇ ਕੁੱਤੇ ਦੇਖ ਸਕਦੇ ਹਾਂ। ਅੱਗੇ ਇਹਨਾਂ ਦੇ ਸਬਸੇ ਸਪੀਸੀਜ਼ ਵੀ ਨੇ ਕਿ ਆਪਾਂ ਕੁੱਤਿਆਂ ਦੇ ਆਪਾਂ ਦੇਖ ਲੈਂ, ਜਰਮਨ ਸ਼ੈਫਰਡ ਵਗੈਰਾ, ਲੈਬਰੇ ਵਗੈਰਾ ਇਸ ਦੇ ਅੰਦਰ ਹੀ ਆ ਜਾਂਦੇ ਨੇ, ਮਤਲਬ ਕਿ ਉਹ ਅਲੱਗ-ਅਲੱਗ ਗਰੁੱਪਸ 'ਚ ਡਿਵਾਈਡ ਹੋ ਰਹੇ ਨੇ। ਲੈਬਰੇ ਅਲੱਗ ਨਸਲ ਹੈ ਕੁੱਤਿਆਂ ਦੀ, ਅਤੇ ਜਿਹੜੇ ਉਹ ਹੈ ਜਰਮਨ ਸ਼ੈਫਰਡ ਹੈ ਉਹ ਅਲੱਗ ਨਸਲ ਹੈ, ਠੀਕ ਹੈ। ਅਤੇ ਅੱਗੇ ਆਪਾਂ ਦੇਖਦੇ ਹਾਂ ਕੀ ਅੱਗੇ ਹੈ ਇਹਨਾਂ ਨੇ। ਹਿਊਮਨਸ ਬੀਇੰਗਸ ਵਰ ਸਿੰਸ ਲੌਂਗ ਨਾਟ ਓਨਲੀ ਇੰਟਰਸਟ ਇਨ ਨੋਇੰਗ ਅਬਾਊਟ ਡਿਫਰੈਂਟ ਔਰਗੈਨਿਜ਼ਮ ਐਂਡ ਦੇਅਰ ਡਾਇਵਰਸਿਟੀਜ਼। ਅਤੇ ਅੱਗੇ ਆਪਣੇ ਹੀ ਦੇਖਿਆ ਮਤਲਬ ਕਿ ਹੁਣ ਪੜ੍ਹਿਆ ਸੀਗਾ, ਅੱਗੇ ਬਹੁਤ ਚਿਰਾਂ ਤੋਂ ਇੰਟਰਸਟਡ ਹੈ। ਅਤੇ ਦਾ ਬ੍ਰਾਂਚ ਆਫ ਸਟੱਡੀ ਵਾਸ ਰੈਫਰ ਟੂ ਅ ਸਿਸਟਮੈਟਿਕਸ। ਮਤਲਬ ਕਿ ਹੁਣ ਮੈਂ ਸਿਸਟਮੈਟਿਕਸ ਸ਼ਬਦ ਡਿਫਾਈਨ ਕਰਾਂ, ਮੈਂ ਇਸਨੂੰ ਇਸ ਤਰ੍ਹਾਂ ਡਿਫਾਈਨ ਕਰੂੰਗਾ ਵੀ ਜਿਹੜਾ ਸਿਸਟਮ ਹੈ ਉਹ ਹੁੰਦਾ ਇੱਕ ਸਿਸਟਮੈਟਿਕ ਅਰੇਂਜਮੈਂਟ ਨੂੰ ਕਹਿੰਦੇ ਆਪਾਂ, ਸਿਸਟਮੈਟਿਕ ਅਰੇਂਜਮੈਂਟ। ਜਿਵੇਂ ਕਿ ਆਪਾਂ ਆਈਡੈਂਟੀਫਾਈ ਕਰਕੇ, ਨੇਮਿੰਗ ਕਰਕੇ ਉਸਨੂੰ ਕੈਟੇਗਰਾਈਜ਼ ਕਰ ਰਹੇ ਹਾਂ, ਇਸ ਨੂੰ ਆਪਾਂ ਕੀ ਕਹਾਂਗੇ, ਸਿਸਟਮੈਟਿਕਸ ਕਹਾਂਗੇ, ਇੱਕ ਤਰ੍ਹਾਂ ਦੀ ਸਿਸਟਮੈਟਿਕਸ ਹੈ। ਟੈਕਸੋਨੋਮੀ ਵੀ ਇਸ ਦਾ ਹਿੱਸਾ ਹੀ ਹੈ ਸਿਸਟਮੈਟਿਕਸ ਦਾ, ਠੀਕ ਹੈ। ਦ ਵਰਡ ਸਿਸਟਮੈਟਿਕਸ ਡੈਰਾਈਵਡ ਫਰੋਮ ਦ ਲੈਟਿਨ ਵਰਡ ਸਿਸਟਮ ਆ। ਜਿਹੜਾ ਵਰਡ ਲੈਟਿਨ ਹੈ ਨਾ, ਇਹ ਕਿੱਥੋਂ ਆਇਆ ਇਹ ਵਰਡ ਲੈਟਿਨ ਤੋਂ ਆਇਆ, ਠੀਕ ਹੈ। ਕਿਸ ਤੋਂ ਆਇਆ, ਲੈਟਿਨ ਤੋਂ। ਲੈਟਿਨ ਤੋਂ। ਹੁਣ ਇਹ ਜਿਹੜਾ ਸਿਸਟਮ ਆ ਵਾਲਾ ਇਹ ਲੈਟਿਨ ਦਾ ਸ਼ਬਦ ਵੀ ਇਹ ਛੋਟੀ ਚੀਜ਼ ਹੈ, ਤੁਸੀਂ ਜੋ ਯਾਦ ਰੱਖਣੀ। ਕਈ ਵਾਰ ਪੁੱਛ ਲੈਂਦੇ ਨੇ ਐਗਜ਼ਾਮ 'ਚੋਂ, ਪੁੱਛਿਆ ਤਾਂ ਨਹੀਂ ਗਿਆ ਪਰ ਤੁਸੀਂ ਯਾਦ ਰੱਖਣੀ ਹੈ। ਹੁਣ ਇਹ ਸਿਸਟਮ ਦਾ ਮਤਲਬ ਕੀ ਹੁੰਦਾ ਹੈ, ਸਿਸਟਮੈਟਿਕ ਅਰੇਂਜਮੈਂਟ ਆਫ ਔਰਗੈਨਿਜ਼ਮ। ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਸਿਸਟਮੈਟਿਕ ਅਰੇਂਜਮੈਂਟ ਹੈ, ਜਿਵੇਂ ਆਈਡੈਂਟੀਫਾਈ ਕਰਕੇ ਉਸਦੀ ਨੇਮਿੰਗ ਕਰਨੀ ਅਤੇ ਉਸਨੂੰ ਅਲੱਗ-ਅਲੱਗ ਕੈਟੇਗਰੀਜ਼ 'ਚ ਡਿਵਾਈਡ ਕਰਨਾ, ਇਸਨੂੰ ਸਿਸਟਮੈਟਿਕ ਅਰੇਂਜਮੈਂਟ ਕਹਿ ਦਿੰਦੇ ਨੇ, ਠੀਕ ਹੈ। ਹਾਂ, ਅਤੇ ਹੁਣ ਆਪਾਂ ਦੇਖਦੇ ਹਾਂ ਲਿਨਸ ਯੂਜ਼ਡ ਸਿਸਟਮਾ ਨੇਚਰੇ ਐਜ਼ ਅ ਟਾਈਟਲ ਆਫ ਹਿਸ ਪਬਲੀਕੇਸ਼ਨ। ਜਿਹੜਾ ਹੁਣ ਸਿਸਟਮਾ ਨੇਚਰੇ ਇਹ ਕਈ ਵਾਰ ਪੁੱਛ ਲੈਂਦਾ ਜਾਂਦਾ ਵੀ ਕਿਸ ਲਈ, ਇਹ ਪਲਾਂਟਸ ਲਈ ਯੂਜ਼ ਕੀਤਾ ਸੀ ਇਸਨੇ। ਪਲਾਂਟਸ ਲਈ ਇੱਕ ਕਿਤਾਬ ਲਿਖੀ ਸੀ ਜਿਸ ਅੰਦਰ ਉਸਨੇ ਪਲਾਂਟਸ ਦੇ ਅਲੱਗ-ਅਲੱਗ ਮਤਲਬ ਕਿ ਉਹਨਾਂ ਬਾਰੇ ਉਹ ਕਿਹਾ ਸੀਗਾ, ਅਲੱਗ-ਅਲੱਗ ਉਹਨਾਂ ਦੇ ਪ੍ਰਕਾਰ ਬਾਰੇ ਗੱਲ ਕਰਿਆ ਸੀ, ਮਤਲਬ ਕਿ ਉਸਦੇ ਡਿਫਰੈਂਟ ਕੈਟਾਗਰੀਜ਼ ਬਾਰੇ ਉਹਨੇ ਗੱਲ ਕੀਤੀ ਸੀਗੀ ਇਸ ਬੁੱਕ ਦੇ ਵਿੱਚ, ਠੀਕ ਹੈ। The scope of systematic was later enlarged to include identification, nomenclature ਅਤੇ classification। ਮਤਲਬ ਕਿ ਉਹਨਾਂ ਪਲਾਂਟਸ ਨੂੰ ਪਹਿਲਾਂ ਆਈਡੈਂਟੀਫਾਈ ਕੀਤਾ ਸੀਗਾ, ਫਿਰ ਉਸਨੇ ਉਸਦੀ ਨੇਮਿੰਗ ਕੀਤੀ ਸੀ ਅਤੇ ਉਸਦੇ ਅੰਦਰ ਉਸਦੀ ਕਲਾਸੀਫਿਕੇਸ਼ਨ ਕਰਤੀ ਸੀਗੀ। ਇਹ ਸਭ ਤੋਂ ਪਹਿਲੀ ਮਤਲਬ ਕਿ ਬੁੱਕ ਸੀਗੀ ਸ਼ਾਇਦ, ਜੋ ਕਿ ਮਤਲਬ ਕਿ ਇਸਨੇ ਪਬਲਿਕ ਕੀਤੀ ਸੀਗੀ, ਠੀਕ ਹੈ। ਸਿਸਟਮੈਟਿਕਸ ਟੇਕਸ ਇਨਟੂ ਅਕਾਊਂਟ ਆਫ ਐਵੋਲਿਊਸ਼ਨ ਰਿਲੇਸ਼ਨਸ਼ਿਪ ਬਿਟਵੀਨ ਔਰਗੈਨਿਜ਼ਮ। ਸਿਸਟਮੈਟਿਕ ਹੈ ਜਿਹੜੀ ਉਹ, ਜਿਵੇਂ ਕਿ ਹੁਣ ਉਹ ਅੱਗੇ ਨੇਮਿੰਗ ਕਰਕੇ ਮਤਲਬ ਕਿ ਆਪਾਂ ਜੋ ਦੇਖਦੇ ਹਾਂ, ਜਦੋਂ ਆਪਾਂ ਕਿਸੇ ਦੀ ਹਿਸਟਰੀ 'ਚ ਜਾਂਦੇ ਹਾਂ ਤਾਂ ਆਪਾਂ ਦੇਖਦੇ ਹਾਂ ਜਿਹੜੇ ਬਾਂਦਰ ਸੀਗੇ ਅਤੇ ਇਨਸਾਨ ਸੀਗੇ, ਉਹ ਇੱਕ ਮਤਲਬ ਕਿ ਹੈਗੇ ਤਾਂ ਉਹ ਇੱਕੋ ਹੀ ਉਹਦੇ ਨਸਲ ਦੇ ਨੇ, ਮਤਲਬ ਕਿ ਹੈਗੇ ਤਾਂ ਉਹ ਇੱਕੋ ਹੀ ਨਸਲ ਦੇ ਨੇ ਜਦੋਂ ਆਪਾਂ ਉਹਨਾਂ ਦੀ ਐਵੋਲਿਊਸ਼ਨਰੀ ਹਿਸਟਰੀ ਦੇਖਦੇ ਹਾਂ। ਪਰ ਉਹ ਅੱਗੇ ਜਾ ਕੇ ਕੀ ਹੋ ਜਾਂਦੇ ਨੇ, ਡਿਵਾਈਡ ਹੋ ਜਾਂਦੇ ਨੇ। ਆਪਾਂ ਬਾਂਦਰਾਂ ਨੂੰ ਅਲੱਗ ਕਰ ਦਿੰਦੇ ਹਾਂ ਅਤੇ ਇਨਸਾਨਾਂ ਨੂੰ ਅਲੱਗ ਕਰ ਦਿੰਦੇ ਹਾਂ, ਠੀਕ ਹੈ। ਅਤੇ ਆਪਾਂ ਹੁਣ ਅੱਗੇ ਦੇਖਦੇ ਹਾਂ ਟੈਕਸੋਨੋਮਿਕ ਕੈਟਾਗਰੀਜ਼, ਠੀਕ ਹੈ। ਜਿਵੇਂ ਹੁਣ ਤੁਸੀਂ ਦੇਖਿਆ ਹੋਊਗਾ ਵੀ ਜਿਹੜਾ ਟਾਈਗਰ ਹੈ ਮਤਲਬ ਕਿ ਸ਼ੇਰ, ਸੁਣੀ ਹੋਣਾ ਇਹਦੇ ਬਾਰੇ। ਅਤੇ ਇਸ ਨੂੰ ਆਪਾਂ ਪਤਾ ਕਿਸ ਕੈਟਾਗਰੀ 'ਚ, ਜਿਹੜੇ ਇਸਦੀ ਸਪੀਸੀਜ਼ ਕੀ ਹੈ, ਇਹ ਸਪੀਸੀਜ਼ ਕੀ ਹੈ ਇਸਦੀ, ਕੀ ਹੈ, ਪੈਂਥਰਾ ਟਿਗਰਿਸ। ਕੀ ਹੈ, ਪੈਂਥਰਾ
ਟਿਗਰਿਸ ਇਸ ਦੀ ਸਪੀਸੀਜ਼ ਹੈ, ਇੱਕ ਤਰ੍ਹਾਂ ਦਾ ਜੈਨਰ ਹੈ। ਕੀ ਹੈ? ਜੈਨਰਾ। ਠੀਕ ਹੈ, ਬਲਕਿ ਆਪਾਂ ਇਹ ਅਲੱਗ-ਅਲੱਗ ਕੈਟਾਗਰੀਜ਼ ਇਸ ਨੂੰ ਹਜੇ ਤੱਕ ਡਿਫਾਈਨ ਕਰ ਰਹੇ ਹਾਂ। ਹੁਣ ਆਪਾਂ ਇਸ ਦੇ ਵਿੱਚ ਦੇਖਾਂਗੇ ਵੀ ਕਲਾਸੀਫਿਕੇਸ਼ਨ ਇਜ਼ ਨਾਟ ਅ ਸਿੰਗਲ ਸਟੈਪ ਪ੍ਰੋਸੈਸ ਬਟ ਇਨਵੋਲਵਸ ਹਾਇਰਾਰਚੀ ਆਫ ਸਟੈਪ ਇਨ ਵਿਚ ਈਚ ਸਟੈਪ ਰਿਪਰੈਜ਼ੈਂਟ ਅ ਰੈਂਕ ਔਰ ਅ ਕੈਟਾਗਰੀ। ਜੇ ਆਪਾਂ ਦੇਖੀਏ ਵੀ ਆਪਾਂ ਉਸ ਨੂੰ ਨਾ ਅਲੱਗ-ਅਲੱਗ ਕੈਟਾਗਰੀਜ਼ 'ਚ ਡਿਵਾਈਡ ਕਰਦੇ ਹਾਂ, ਅਤੇ ਉਹ ਕੈਟਾਗਰੀਜ਼ ਕੀ ਨੇ? ਇਸ ਨੂੰ ਮੈਂ ਦੱਸ ਦਿੰਦਾ ਇੱਕ ਵਾਰ ਕੁਐਸਚਨ ਮੈਂ ਦੱਸ ਦੇਣਾ। ਜਿਵੇਂ ਕਿ ਆਪਾਂ ਜੇ ਸਟਾਰਟ ਕਰੀਏ ਆਪਾਂ ਕਿੰਗਡਮ ਤੋਂ। ਕਿੰਗਡਮ ਕਿਵੇਂ ਆ ਗਏ? ਜਿਵੇਂ ਕਿੰਗਡਮ ਐਨੀਮੀਲੀਆ, ਅਤੇ ਕਿੰਗਡਮ ਪਲਾਂਟੇ। ਠੀਕ ਹੈ, ਇਹ ਅੱਗੇ ਇਹ ਵੀ ਡਿਵਾਈਡਡ ਨੇ, ਇਹ ਦੋਵੇਂ ਵੀ ਡਿਵਾਈਡਡ ਨੇ ਕਿਸ ਵਿੱਚ ਡਿਵਾਈਡਡ ਨੇ, ਇਹ ਵੀ ਤੁਸੀਂ ਦੇਖ ਲਓ। ਇਹ ਡਿਵਾਈਡਡ ਨੇ ਫਾਈਲਮ ਵਿੱਚ। ਕਿਸ ਵਿੱਚ ਡਿਵਾਈਡਡ ਨੇ? ਕਿੰਗਡਮ ਹੈ ਜਿਹੜਾ ਉਹ ਕਿਸ ਵਿੱਚ ਡਿਵਾਈਡਡ ਹੈ? ਫਾਈਲਮ ਵਿੱਚ ਡਿਵਾਈਡਡ ਹੈ। ਠੀਕ ਹੈ, ਕਿੰਗਡਮ ਜਿਹੜਾ ਉਹ ਕਿਸ ਵਿੱਚ ਡਿਵਾਈਡਡ ਹੈ? ਫਾਈਲਮ ਵਿੱਚ। ਹੁਣ ਇਹਨਾਂ ਦੇ ਅੱਗੇ ਫਾਈਲਮ ਹੁੰਦੇ ਨੇ, ਜਿਵੇਂ ਤੁਸੀਂ ਪੜ੍ਹੋਗੇ ਅੱਗੇ ਕੋਰਡੇਟ ਅਤੇ ਨੋਨ ਕੋਰਡੇਟ ਵਗੈਰਾ, ਅਤੇ ਪਲਾਂਟ ਵਿੱਚ ਬਰਾਇਓਟਾਇਰਿਡੋ, ਅੱਗੇ ਪਤਾ ਨਹੀਂ ਕਿੰਨੇ ਕੁ ਪ੍ਰਕਾਰ ਦੇ ਅਲੱਗੇ ਵਗੈਰਾ ਆਉਣਗੇ ਇਸ ਵਿੱਚ। ਠੀਕ ਹੈ, ਇਸ ਵਿੱਚ ਆਪਾਂ ਨੇ ਇਹਨਾਂ ਚੀਜ਼ਾਂ ਨੇ ਇਨਕਲੂਡ ਫਾਈਲਮ ਵਿੱਚ। ਠੀਕ ਹੈ, ਇਹ ਹੁੰਦਾ ਹੈ ਫਾਈਲਮ। ਇਹ ਵੀ ਅੱਗੇ ਮਤਲਬ ਕਿ ਡਿਵਾਈਡ ਹੁੰਦਾ ਕਲਾਸ ਵਿੱਚ। ਕਿਸ ਵਿੱਚ ਡਿਵਾਈਡ ਹੁੰਦਾ? ਕਲਾਸ ਵਿੱਚ ਡਿਵਾਈਡ ਹੁੰਦਾ, ਜੋ ਕਿ ਤੁਸੀਂ ਇਹ ਨਹੀਂ ਪੜ੍ਹੋਗੇ। ਮਤਲਬ ਕਿ ਇਹ ਇੱਕ ਛੋਟਾ ਪੈਰਾਗ੍ਰਾਫ ਦਿੱਤਾ ਹੋਇਆ NCERT ਨੇ, ਸਿਰਫ ਉਹੀ ਪੜ੍ਹੋਗੇ। ਸਿਰਫ ਛੋਟੇ ਟਰਮਸ ਨੇ ਜੋ ਤੁਸੀਂ ਦੇਖਣੇ ਵੀ ਅੱਗੇ ਕਿਵੇਂ ਡਿਵਾਈਡ ਹੁੰਦਾ। ਕਲਾਸ ਹੈ ਉਹ ਕਿਸੇ ਵਿੱਚ ਡਿਫਾਈਨ ਹੁੰਦੀ ਹੈ, ਕਿਸੇ ਵਿੱਚ ਡਿਵਾਈਡ ਹੁੰਦੀ ਹੈ ਆਰਡਰ ਵਿੱਚ ਡਿਵਾਈਡ ਹੁੰਦੀ ਹੈ। ਮਤਲਬ ਕਿ ਤੁਸੀਂ ਨੇ ਸਿਰਫ ਐਵੇਂ ਯਾਦ ਰੱਖਣਾ ਵੀ ਜਿਹੜਾ ਕਿੰਗਡਮ ਹੈ ਉਹ ਅੱਗੇ ਫਾਈਲਮ 'ਚ ਡਿਵਾਈਡ ਹੈ, ਜਿਹੜਾ ਫਾਈਲਮ ਹੈ ਉਹ ਅੱਗੇ ਕਿਸ 'ਚ ਡਿਵਾਈਡ ਹੈ? ਕਲਾਸਿਸ ਵਿੱਚ ਡਿਵਾਈਡ ਹੈ, ਅਤੇ ਜਿਹੜਾ ਕਲਾਸ ਹੈ ਉਹ ਅੱਗੇ ਕਿਸੇ ਵਿੱਚ ਡਿਵਾਈਡ ਹੈ? ਆਰਡਰ ਵਿੱਚ ਡਿਵਾਈਡ। ਜਿਹੜਾ ਆਰਡਰ ਹੈ ਉਹ ਕਿਸ ਵਿੱਚ ਡਿਵਾਈਡ ਹੈ? ਫੈਮਿਲੀ ਵਿੱਚ ਡਿਵਾਈਡ ਹੈ। ਅਤੇ ਅੱਗੇ ਜਿਹੜਾ ਫੈਮਿਲੀ ਹੈ ਉਹ ਕਿਸ ਵਿੱਚ ਡਿਵਾਈਡ ਹੈ? ਜੀਨਸ ਵਿੱਚ। ਅਤੇ ਅੱਗੇ ਜਿਹੜਾ ਜੀਨਸ ਹੈ ਇਹ ਕਿਸ ਵਿੱਚ ਡਿਵਾਈਡ ਹੈ? ਸਪੀਸੀਜ਼ ਵਿੱਚ। ਇਸ ਦੀਆਂ ਇਸ ਦੀਆਂ ਤੁਸੀਂ ਛੋਟੇ ਟਰਮਸ ਦੇਖੋਗੇ ਤੁਸੀਂ, ਜੋ ਕਿ ਸੌਖੇ ਨੇ। ਇਹ ਵੀ ਛੋਟੇ ਪੈਰਾਗ੍ਰਾਫਸ ਵਿੱਚ ਪੜ੍ਹਿਆ ਜਾਊਗਾ, ਇੰਨਾ ਕੋਈ ਔਖਾ ਨਹੀਂ ਹੋਊਗਾ ਇਸ ਵਿੱਚ। ਠੀਕ ਹੈ, ਵੀ ਅੱਗੇ ਕਿੰਗਡਮ ਕਿਸ ਵਿੱਚ ਡਿਵਾਈਡ ਹੈ, ਤੁਸੀਂ ਨੇ ਮਤਲਬ ਕਿ ਸੀਕੁਐਂਸ ਵਾਈਜ਼ ਯਾਦ ਰੱਖਣਾ। ਇਸ ਤਰ੍ਹਾਂ ਹੀ ਯਾਦ ਰੱਖਣਾ ਵੀ ਜਿਹੜਾ ਕਿੰਗਡਮ ਉਹ ਫਾਈਲਮ ਵਿੱਚ ਡਿਵਾਈਡ ਹੁੰਦਾ, ਜਿਹੜਾ ਫਾਈਲਮ ਹੈ ਉਹ ਕਿਸ ਵਿੱਚ? ਆਰਡਰ ਵਿੱਚ ਡਿਵਾਈਡ ਹੁੰਦਾ, ਜਿਹੜਾ ਫਾਈਲਮ ਹੈ ਉਹ ਕਲਾਸ ਵਿੱਚ ਡਿਵਾਈਡ ਹੁੰਦਾ, ਜਿਹੜਾ ਕਲਾਸ ਹੈ ਉਹ ਆਰਡਰ ਵਿੱਚ ਡਿਵਾਈਡ ਹੁੰਦਾ, ਜਿਹੜਾ ਆਰਡਰ ਹੈ ਉਹ ਫੈਮਿਲੀ ਵਿੱਚ ਡਿਵਾਈਡ ਹੁੰਦਾ, ਅਤੇ ਫੈਮਿਲੀ ਜਿਹੜੀ ਜੀਨਸ ਵਿੱਚ ਡਿਵਾਈਡ ਹੁੰਦੀ ਹੈ, ਅਤੇ ਜਿਹੜਾ ਅੱਗੇ ਜੀਨਸ ਹੈ ਉਹ ਅੱਗੇ ਸਪੀਸੀਜ਼ ਵਿੱਚ ਡਿਵਾਈਡ ਹੁੰਦਾ। ਠੀਕ ਹੈ, ਇਹ ਤਾਂ ਛੋਟੀ ਚੀਜ਼ਾਂ ਯਾਦ ਰੱਖਣੀਆਂ ਨੇ ਵੀ ਆਹ ਆਰਡਰ ਕਿਵੇਂ ਹੈ। ਠੀਕ ਹੈ, ਅੱਗੇ ਮੰਨ ਕਰ NCERT ਨੇ ਅਗਲੇ ਪੇਜ 'ਤੇ ਪੇਜ ਨੰਬਰ 10 'ਤੇ ਇਹ ਦਿੱਤਾ ਵੀ ਹੋਇਆ। ਇਹ ਤੁਸੀਂ ਨੇ ਯਾਦ ਰੱਖਣਾ। ਠੀਕ ਹੈ, ਇਹ ਫਿਗਰ ਕਿਉਂਕਿ ਇੰਪੋਰਟੈਂਟ ਹੈ। ਇਸ ਤਰ੍ਹਾਂ ਇਹਨਾਂ ਨੂੰ ਡਿਵਾਈਡ ਕੀਤਾ ਜਾਂਦਾ। ਮਤਲਬ ਕਿ ਜੇ ਇਹਨਾਂ ਨੇ ਕੀ ਹੈ, ਸਿੰਸ ਦਾ ਕੈਟਾਗਰੀ ਇਜ਼ ਨਾਟ ਅ ਸਿੰਗਲ ਸਟੈਪ ਓਵਰਆਲ ਦਾ ਟੈਕਸੋਨੋਮੀ ਅਰੇਂਜਮੈਂਟ, ਇਹਨਾਂ ਦੀ ਅਰੇਂਜਮੈਂਟ ਕੀਤੀ ਗਈ ਹੈ। ਦੇਖੋ ਵੀ ਅੱਗੇ ਤੋਂ ਅੱਗੇ ਡਿਵਾਈਡ ਹੋਈ ਜਾਂਦੇ ਨੇ, ਇਸ ਤਰ੍ਹਾਂ ਇਹਨਾਂ ਦੀ ਅਰੇਂਜਮੈਂਟ ਕਰਤੀ। ਅਤੇ ਆਪਾਂ ਇਸ ਦੀ ਅਰੇਂਜਮੈਂਟ ਨੂੰ ਕੈਟਾਗਰੀਜ਼ ਦੀ ਅਰੇਂਜਮੈਂਟ ਕਰਕੇ ਟੈਕਸੋਨੋਮੀ ਨੂੰ ਆਪਾਂ ਕੀ ਕਹਾਂਗੇ? ਟੈਕਸੋਨੋਮਿਕ ਕੈਟਾਗਰੀ ਕਹਾਂਗੇ। ਐਂਡ ਆਲ ਕੈਟਾਗਰੀਜ਼ ਟੂਗੈਦਰ, ਮਤਲਬ ਕਿ ਜਿੰਨੀ ਵੀ ਇਹ ਕੈਟਾਗਰੀ ਨੇ ਇਹਨਾਂ ਨੂੰ ਸਾਰਿਆਂ ਨੂੰ ਮਿਲਾ ਕੇ ਆਪਾਂ ਕੀ ਕਹਾਂਗੇ? ਟੈਕਸੋਨੋਮਿਕ ਹਾਇਰਾਰਚੀ। ਠੀਕ ਹੈ, ਇਹ ਮਤਲਬ ਕਿ ਸਿੰਗਲ ਸਟੈਪ ਨਹੀਂ ਹੁੰਦਾ, ਇਹ ਬਹੁਤ ਸਾਰੇ ਸਟੈਪਾਂ 'ਚ ਹੁੰਦਾ। ਮਤਲਬ ਕਿ ਕਿੰਗਡਮ ਤੋਂ ਫਾਈਲਮ 'ਚ ਗਿਆ, ਫਾਈਲਮ ਤੋਂ ਆਪਾਂ ਦੇਖ ਸਕਦੇ ਹਾਂ ਕਲਾਸ ਤੋਂ ਆਰਡਰ ਤੋਂ ਫੈਮਿਲੀ ਤੋਂ ਜੀਨਸ ਤੋਂ ਸਪੀਸੀਜ਼। ਠੀਕ ਹੈ, ਹੁਣ ਈਚ ਕੈਟਾਗਰੀ ਰੈਫਰ ਟੂ ਐਜ਼ ਅ ਯੂਨਿਟ ਆਫ ਕਲਾਸੀਫਿਕੇਸ਼ਨ। ਹੁਣ ਹਰ ਇੱਕ ਕੈਟਾਗਰੀ ਇੱਕ ਯੂਨਿਟ ਦੇ ਵਾਂਗੂ ਕੰਮ ਕਰੂਗੀ। ਹਰ ਇੱਕ ਕੈਟਾਗਰੀ ਇੱਕ ਯੂਨਿਟ ਦੇ ਵਾਂਗੂ ਕੰਮ ਕਰੂਗੀ ਇਸ ਟੈਕਸਾਨੋਮਿਕ ਹਾਇਰਾਰਚੀ 'ਚ। ਹੁਣ ਜਿਹੜਾ ਇਸ ਵਿੱਚ ਮਤਲਬ ਕਿ ਆਪਾਂ ਹਰ ਇੱਕ ਮਤਲਬ ਕਿ ਜੇ ਆਪਾਂ ਇਸ ਇਕੱਲੇ ਦੀ ਗੱਲ ਕਰ ਰਹੇ ਹਾਂ ਤਾਂ ਆਪਾਂ ਇਸ ਨੂੰ ਟੈਕਸਨ ਕਹਾਂਗੇ, ਅਤੇ ਆਪਾਂ ਇਸ ਨੂੰ ਸਾਰਿਆਂ ਨੂੰ ਗੱਲ ਕਰ ਰਹੇ ਹਾਂ ਤਾਂ ਆਪਾਂ ਇਹਨੂੰ ਇੱਕ ਟੈਕਸਾ ਕਹਾਂਗੇ। ਮਤਲਬ ਕਿ ਆਪਾਂ ਇਹਨੂੰ ਵੀ ਟੈਕਸਨ ਕਰਾਂਗੇ, ਇਹਨੂੰ ਵੀ ਟੈਕਸਨ ਕਹਾਂਗੇ, ਇਹਨੂੰ ਵੀ ਟੈਕਸਨ ਇਹਨਾਂ ਸਾਰਿਆਂ ਨੂੰ ਇਹਨਾਂ ਸੱਤਾਂ ਨੂੰ ਆਪਾਂ ਕੀ ਕਹਾਂਗੇ? ਟੈਕਸੋਨ। ਠੀਕ ਹੈ, ਕੀ ਕਹਾਂਗੇ? ਟੈਕਸੋਨ ਕਹਾਂਗੇ। ਉਸਨੇ ਯਾਦ ਰੱਖਣਾ। ਟੈਕਸੋਨੋਮਿਕ ਕੈਟਾਗਰੀਜ਼ ਹਾਇਰਾਰਚੀ ਕੈਨ ਬੀ ਇਲਸਟ੍ਰੇਟਡ ਬਾਈ ਐਗਜ਼ਾਮਪਲ। ਹੁਣ ਇਹ ਸਾਨੂੰ ਇੱਕ ਅੱਗੇ ਐਗਜ਼ਾਮਪਲ ਹੀ ਆਉਣਗੀਆਂ, ਲਗਭਗ ਸਪੀਸੀਜ਼ ਜੈਨਸ ਫੈਮਿਲੀ ਵਗੈਰਾ ਦੇ ਅੱਗੇ ਸਾਨੂੰ ਐਗਜ਼ਾਮਪਲ ਹੀ ਆਉਣਗੀਆਂ। ਠੀਕ ਹੈ, ਲਗਾਤਾਰ। ਅਤੇ ਆਪਾਂ ਹੁਣ ਅੱਗੇ ਦੇਖਦੇ ਹਾਂ ਵੀ ਅੱਗੇ ਕੀ ਕਹਿੰਦੇ ਆ। Taxonomic categories and hierarchy can be illustrated by example. Insects present in a group of organisms sharing common features like object which can be classified. Thus, we were given a rank or category represent category. Category further denotes rank. Each rank or taxonomy or taxon
each rank or taxon in fact represent a unit of classification. These taxonomic groups categories are distinct biological entities and not merely morphologically aggregates. मतलब कि इन्हां नूं ना मतलब कि कैटेगरीज डिवाइड किया गया जिवें कि टैक्सॉन वगैरह ये अलग अलग टैक्सॉन ने ये किंगडम भी आप टैक्सॉन कहांगे फाइलम भी एक टैक्सॉन है तो अगे ऑर्डर भी ये सारे टैक्सॉन ही ने ठीक है जिसने छोटी छोटी चीज़ां ने जो याद रखनियां ने ठीक है एक तरह दी ये टैक्सॉन विच डिवाइड कीतियां होईयां ने ते छोटे छोटे करैक्टर्स दे बेस ते ही इन्हूं डिवाइड किया जाता है जिवें कि किंगडम है वो देख लो भी प्लांट्स ते एनीमल्स विच डिवाइड किया है अगे फाइलम भी तुसीं अगे देखिया होना भी अगे ये डिवाइड कर रखा है इन्होंने तो वैसे फाइलम क्लास ऑर्डर वगैरह ये अगे सामने इन्ना सिर्फ 2-4 ने जो एग्जाम्पल ने वो तुसीं याद रख लियो ठीक है जो कि NCERT लिखने सिर्फ वही याद रखनी है जो कि अगले पेज पर आनी है ठीक है तो आप हुण अगे गल करते हैं टैक्सोनॉमिकल स्टडीज़ ऑफ ऑल नॉन ऑर्गेनिज्म हैव led to the development of common categories such as kingdom, phylum or division कि ਜਿਹੜੇ ਟੈਕਸੋਨੋਮਿਕ ਸਟੱਡੀਜ਼ ਨੇ ਉਹ ਜਿਹੜੇ ਆਪਾਂ ਨੂੰ ਜਿੰਨੇ ਆਪਣਾ ਆਰਗੈਨਿਜ਼ਮ ਪਤਾ ਨਹੀਂ ਤਾਂ ਉਹਨਾਂ ਦੀ ਅੱਗੇ ਕੈਟੇਗਰੀਆਂ ਕਰਤੀਆਂ ਕਿੰਗਡਮ ਫਾਈਲਮ ਡਿਵੀਜ਼ਨ ਜਿਵੇਂ ਆਪਾਂ ਹੁਣ ਪੜ੍ਹਿਆ ਜਿਹੜਾ ਫਾਈਲਮ ਇਹਨੂੰ ਆਪਾਂ ਹੋਰ ਕੀ ਕਹਿ ਸਕਦੇ ਹਾਂ ਡਿਵੀਜ਼ਨ ਡਿਵੀਜ਼ਨ ਕਿਸ ਦੇ ਤੌਰ 'ਤੇ ਕਿਹਾ ਜਾਂਦਾ ਹੈ ਡਿਵੀਜ਼ਨ ਪਲਾਂਟੇ ਦੇ ਤੌਰ 'ਤੇ ਕਿਹਾ ਜਾਂਦਾ ਹੈ ਜਿਹੜਾ ਫਾਈਲਮ ਹੈ ਉਹ ਪਲਾਂਟੇ ਦੇ ਤੌਰ 'ਤੇ ਕਿਹਾ ਜਾਂਦਾ ਹੈ तो जोड़ा एनीमल है वो किस तौर पर कहा जाता है डिवीजन के तौर पर किस दे तौर पर डिवीजन के ही तौर पर कहा जाता है मतलब किस तरह डिवाइड कर दिता गया ऑल ऑर्गेनिज्म इंक्लूडिंग दोज इन द प्लांट एंड एनीमल किंगडम्स हैव अ स्पीसीज एज द लोएस्ट कैटेगरी जी लोएस्ट कैटेगरी ना ये तुमने याद रखनी है भी की है मतलब कि उन्होंने डिवाइड किया जाता तुमने ये भी याद रखना है भी जो है ना जो स्पीसीज है इस सब तो लोएस्ट कैटेगरी है जिस विच ये चीज़ां डिवाइड हो सकती हैं अगे तक कैटेगरी मतलब कि डिवाइड हो सकती हैं जिवें इस डिवाइड करते इसको डिवाइड करते इसमें इस डिवाइड करते इसमें इस डिवाइड करता सब तो लोएस्ट कैटेगरी किहड़ी है स्पीसीज है ठीक है तुसीं याद रखना है नाउ द क्वेश्चन यू मे आस्क इफ तुसीं याद रखना कि किंगडम हैव द किंगडम हैव स्पीसीज एज द लोएस्ट कैटेगरी स्पीसीज जिहड़ी वो लोएस्ट कैटेगरी है Now the question you may ask is in how place an organism in various category मतलब कि हुण आपां इन्हां नूं किवें अलग अलग ऑर्गेनिज्म नूं आपां किवें डिवाइड करांगे अगे द बेसिक रिक्वायरमेंट इस दी नॉलेज भी आपां नूं नॉलेज होनी चाहिए मतलब कि आपां नूं उसकी आइडेंटिफिकेशन करनी होनी चाहिए है ठीक है नॉलेज मतलब कि ये क्या है कि आपां नूं पहलां उसकी आइडेंटिफिकेशन होनी चाहिए ऑफ द करैक्टर्स मतलब कि करैक्टर दे ठीक है ऑफ एन इंडिविजुअल और ऑर्गेनिज्म मतलब कि उस ऑर्गेनिज्म की आपां नूं आइडेंटिफिकेशन करनी चाहिए भी वो किस प्रकार का किस तरह के उसके की गुण ने दिस हैल्प्स इन आइडेंटिफाइंग सिमिलैरिटीज एंड डिससिमिलैरिटीज अमंग द इंडिविजुअल्स मतलब कि जे आपां किसी आपां गल करिए मैमल्स जिवें ह्यूमनस तो आपां बांदर विच देखते हाँ बांदर विच जिवें मंकीज वगैरह के अंदर आपां देखते हाँ ताकि हुंदा है भी अपने अंदर बहुत सारिया सिमिलैरिटीज़ ने तो जे आप गल करिए ह्यूमनस तो डॉग विच तो उस सूँ बहुत घट सिमिलैरिटीज़ मिलणगियां ठीक है इस तरह इन्होंने यह कहा अगे ना इन्होंने कुछ कैटेगरियां दी हुई ने भी आप इन्होंने कमें करते हैं दिस हैल्प्स इन आइडेंटिफाइंग अपने पढ़ लिया तो अगे आप देखते हैं भी इन्होंने एक अलग अलग कैटेगरियां किमें दी हुई ने भी इन्होंने अगे डिवाइड कमें किया होया है अंदर कुछ एग्जाम्पल जे तुम याद रख सकते रख लो क्योंकि यह जरूरी ने क्योंकि हुण ये कितों भी पा सकते CBSE ने क्योंकि बहुत सारा सिलेबस घट दिता इस चैप्टर चों ठीक है टैक्सोनॉमिक स्टडीज कंसीडर अ ग्रुप ऑफ इंडिविजुअल्स ऑर्गेनिजम्स विद द फंडामेंटल सिमिलैरिटीज एज अ स्पीसीज जिहदे लई मतलब कि जे आप जिहदे अंदर बहुत सारिया सिमिलैरिटी ने उसनों आप स्पीसीज ज़्यादातर मतलब कि जिहदा घट्टो घट्ट सब तो ज़्यादा है ना सब तो ज़्यादा वो ने सिमिलैरिटीज़ उसनों आप किस ग्रुप च रख लैंदे स्पीसीज दे कैटेगरी दे अंदर रख लैंदे ऑन one should be able to distinguish one species from the other closely related species based on the distinct morphological differences जिमें आप हम मतलब कि छोटी तो छोटी नूं भी जिमें ह्यूमनस ते मंकी अंदर वो तो है तो बहुत सिमिलैरिटीज़ ने पर आप इन्हों अगे तो अगे ना डिवाइड कर सकीए तो मतलब कि इन्ना को हो भी आप अगे तो अगे डिवाइड कर सकीए उसनों आप भी स्पीसीज के अंदर रख सकी भी बहुत छोटे तो छोटा जिन्ना आप डिवाइड कर सकीए ठीक है उन्हीं चीज़ों आप कहने ह्यूमनस जिमें मंकीज विच डिवाइड करता उस तरह लेट अस कंसीडर द मैंजीफेरा इंडिका ते सोलिनम ट्यूबरोसम ते पैंथेरोलियो
ਲੋਇਨ। ਜਿਵੇਂ ਕਿ ਹੁਣ ਜਿਹੜਾ ਸੋਲੇਨਮ ਮੈਂਜੀਫੇਰਾ ਇੰਡੀਕਾ ਇਹ ਕੀ ਹੈ, ਮੈਂਗੋ। ਜਿਵੇਂ ਆਪਾਂ ਨੇ ਪਹਿਲਾਂ ਗੱਲ ਕੀਤੀ ਸੀ। ਸੋਲੇਨਮ ਟੂਬੀਰੋਸ਼ਮ ਕੀ ਹੈ, ਪੋਟੈਟੋ ਹੈ। ਇਹ ਅਲੱਗ ਆਹ ਅਲੱਗ ਹੋ ਗਿਆ ਅਤੇ ਆਹ ਅਲੱਗ ਹੋ ਗਿਆ, ਮਤਲਬ ਕਿ ਇਹਦੇ ਅੰਦਰ ਡਿਸਸਿਮਲੈਰਿਟੀ ਨੇ, ਤਾਂ ਉਸਨੂੰ ਆਪਾਂ ਕਿਸੇ ਵਿੱਚ ਰੱਖ ਲਿੱਤਾ ਕਿਉਂਕਿ ਅੰਦਰ ਡਿਸਸਿਮਲੈਰਿਟੀਜ਼ ਦਿਖ ਰਹੀਆਂ ਸੀ ਜੋ ਕਿ ਇਸਨੂੰ ਅਲੱਗ-ਅਲੱਗ ਕਰ ਰਹੀਆਂ ਸੀ, ਤਾਂ ਕਰਕੇ ਉਸਨੂੰ ਆਪਾਂ ਕਿਸ 'ਚ ਰੱਖ ਲਿਆ, ਸਪੀਸੀਜ਼ ਵਿੱਚ ਰੱਖ ਲਿਆ। ਪੈਂਥਰਾ ਲਿਓ ਜੋ ਕਿ ਲਾਇਨ ਹੈ, ਤਾਂ ਇਹ ਤੋਂ ਪਤਾ ਲੱਗ ਰਿਹਾ ਵੀ ਬਹੁਤ ਅਲੱਗ ਹੈ ਇਹਨਾਂ ਨੂੰ। ਔਰ ਕੈਟਾਗਰੀਜ਼ ਨੇਮ ਇੰਡੀਕਾ, ਟਿਊਬੀਰੋਸ਼ਮ ਐਂਡ ਲਿਓ ਰਿਪਰੈਜ਼ੈਂਟ ਦਾ ਸਪੈਸੀਫਿਕ ਐਪੀਥੈਟ। ਜਿਹੜਾ ਇਹਨਾਂ ਦੇ ਪਿੱਛੇ ਅੱਖਰ ਪੈ ਰਹੇ ਸੋਲੇਨਮ ਅਤੇ ਟਿਊਬੀਰੋਸ਼ਮ ਅਤੇ ਲਿਓ, ਇਹ ਕੀ ਨੇ, ਇਹਨਾਂ ਦੇ ਸਪੈਸੀਫਿਕ ਐਪੀਥੈਟ ਨੇ। ਇਹਨਾਂ ਨੂੰ ਵੀ ਸਪੀਸੀਜ਼ ਕਿਹਾ ਜਾਂਦਾ। ਕੀ ਕਿਹਾ ਜਾਂਦਾ ਇਹਨਾਂ ਨੂੰ, ਸਪੀਸੀਜ਼, ਸਪੈਸੀਫਿਕ ਐਪੀਥੈਟ। ਜਿਹੜਾ ਇਹਨਾਂ ਦਾ ਹੈ ਇੰਡੀਕਾ ਵਗੈਰਾ, ਇੰਡੀਕਾ, ਟਿਊਬੀਰੋਸ਼ਮ, ਲਿਓ ਵਗੈਰਾ, ਇਹ ਇਹਨਾਂ ਦਾ ਕੀ ਡਿਫਾਈਨ ਕਰ ਰਿਹਾ ਹੈ, ਸਪੈਸੀਫਿਕ ਐਪੀਥੈਟ। ਜਿਹੜਾ ਉਹਨਾਂ ਦਾ ਪਿੱਛੇ ਹੁੰਦਾ ਹੈ ਉਹਨਾਂ ਦਾ ਸਪੈਸੀਫਿਕ ਐਪੀਥੈਟ ਹੈ, ਅਤੇ ਇਸ ਨੂੰ ਹੀ ਸਪੀਸੀਜ਼ ਕਿਹਾ ਜਾਂਦਾ ਹੈ। ਠੀਕ ਹੈ। ਵਰਲਡ ਦਾ ਫਸਟ ਵਰਡ ਮੈਂਜੀਫੇਰਾ, ਸੋਲੇਨਮ ਅਤੇ ਪੈਂਥਰਾ ਜੈਂਡਰ ਹੈ ਇਹ। ਠੀਕ ਹੈ। ਇਹ ਜੈਂਡਰ ਨੂੰ ਰਿਪਰੈਜ਼ੈਂਟ ਕਰਦਾ ਜੋ ਕਿ ਅੱਗੇ ਜੀਨਸ 'ਚ ਆਊਗਾ। ਠੀਕ ਹੈ। ਰਿਪਰੈਜ਼ੈਂਟਸ ਦਾ ਅਨਦਰ ਹਾਈਅਰ ਲੈਵਲ ਆਫ ਟੈਕਸੋਨ, ਮਤਲਬ ਕਿ ਅਨਦਰ ਹਾਈਅਰ ਲੈਵਲ ਕੀ ਹੈ, ਉਹ ਜੀਨਸ ਨੂੰ ਡਿਫਾਈਨ ਕਰ ਰਿਹਾ ਹੈ ਅੱਗੇ। ਠੀਕ ਹੈ। ਅਤੇ ਜਿਹੜਾ ਇਹ ਜੈਂਡਰ ਜਾ ਕੇ ਆਪਣੇ ਪੜ੍ਹ ਲਿਆ। ਰਿਪਰੈਜ਼ੈਂਟ ਦੀ ਅਨਦਰ ਹਾਈਅਰ ਟੈਕਸੋਨ, ਈਚ ਜੀਨਸ ਹੈਵ ਵਨ ਔਰ ਮੋਰ ਦੈਨ ਵਨ ਸਪੈਸੀਫਿਕ ਐਪੀਥੈਟ ਰਿਪਰੈਜ਼ੈਂਟਿੰਗ ਡਿਫਰੈਂਟ ਟੈਕਸੋਨ। ਮਤਲਬ ਕਿ ਜਿਹੜਾ ਇੱਕ ਉਹ ਹੈ ਜੀਨਸ, ਜਿਹੜਾ ਇੱਕ ਜੀਨਸ ਹੈ ਉਸ ਦੇ ਲਈ ਅਲੱਗ-ਅਲੱਗ, ਮਤਲਬ ਕਿ ਇੱਕ ਜੀਨਸ ਇੱਕ ਹੋ ਸਕਦਾ। ਜਿਵੇਂ ਪੈਂਥਰਾ, ਲੀਓ ਵਗੈਰਾ ਆ ਗਿਆ। ਪੈਂਥਰਾ, ਲਿਓ, ਪੈਂਥਰਾ ਟਿਗਰਿਸ, ਇਹ ਕੀ ਹੈ, ਕੀ ਨੇ ਇਹ ਆ ਜਿਹੜੇ ਇਹਨਾਂ ਦੇ ਮੂਹਰਲੇ ਜੀਨਸ ਤਾਂ ਸੇਮ ਨੇ, ਇਹਨਾਂ ਦੇ ਸੇਮ ਨੇ, ਪਰ ਜਦੋਂ ਆਪਾਂ ਦੇਖਦੇ ਹਾਂ ਇਹਨਾਂ ਦੇ ਸਪੀਸੀਜ਼ ਬਾਰੇ, ਮਤਲਬ ਕਿ ਸਪੈਸੀਫਿਕ ਐਪੀਥੈਟ ਬਾਰੇ, ਤਾਂ ਉਹ ਕੀ ਨੇ, ਡਿਫਰੈਂਟ। ਇਹ ਹਮੇਸ਼ਾ ਡਿਫਰੈਂਟ ਹੀ ਆਉਣਗੇ ਹਰ ਇੱਕ ਔਰਗੈਨਿਜ਼ਮ ਦੇ ਅੰਦਰ। ਠੀਕ ਹੈ। ਇਹ ਤੁਸੀਂ ਨੇ ਯਾਦ ਰੱਖਣਾ ਹੈ। ਜਿਵੇਂ ਫੋਰ ਐਗਜ਼ਾਮਪਲ ਪੈਂਥਰਾ ਹੈਜ਼ ਅਨਦਰ ਸਪੈਸੀਫਿਕ ਐਪੀਥੈਟ ਕਾਲਡ ਟਿਗਰਿਸ, ਅਤੇ ਪਰ ਸੋਲੇਨਮ ਇਨਕਲੂਡਸ ਲਾਈਕ ਸਪੀਸੀਜ਼ ਨਿਗਰਮ, ਸੋਲੇਨਮ ਨਿਗਰਮ ਅਤੇ ਸੋਲੇਨਮ ਮੈਲੋਨਿਗਨਾ। ਜਿਹੜਾ ਇਹਨਾਂ ਸੋਲੇਨਮ ਹੈ ਇਹਨਾਂ ਅੰਦਰ ਦੋਹਾਂ ਅੰਦਰ ਕਾਮਨ ਹੈ, ਮਤਲਬ ਕਿ ਜਿਹੜਾ ਇੱਥੇ ਮੂਹਰੇ ਜਿਵੇਂ ਆਪਾਂ ਦੇਖੀਏ ਸੋਲੇਨਮ ਨਿਗਰਮ, ਸੋਲੇਨਮ ਮੈਲੋਗਨਾ। ਠੀਕ ਹੈ। ਇਹ ਹੈ ਇਹ ਅੱਗੇ ਮਤਲਬ ਕਿ ਇਹਨਾਂ ਦਾ ਸੋਲੇਨਮ ਹੈ ਜਿਹੜਾ ਉਹ ਤਾਂ ਇਹਨਾਂ ਦੇ ਅੰਦਰ ਕਾਮਨ ਆ ਰਿਹਾ, ਪਰ ਜਦੋਂ ਆਪਾਂ ਇਹਨਾਂ ਦੀ ਸਪੀਸੀਜ਼ ਦੀ ਗੱਲ ਕਰਦੇ ਹਾਂ ਤਾਂ ਇਹ ਅਲੱਗ-ਅਲੱਗ ਆ ਰਹੀਆਂ ਨੇ, ਨਾਈਗਰਮ ਅਤੇ ਮੈਲੋਗਨਾ। ਠੀਕ ਹੈ। ਹਿਊਮਨ ਮੀਨਸ ਜਿਵੇਂ ਹੋਮੋਸੈਪੀਅਨਸ ਵੀ ਹੁੰਦੇ ਨੇ, ਤਾਂ ਉਹਨਾਂ ਅੰਦਰ ਜੀਨਸ ਕੀ ਹੁੰਦਾ, ਮਤਲਬ ਕਿ ਹੋਮੋ, ਅਤੇ ਸਪੀਸੀਜ਼ ਸਪੈਸੀਫਿਕ ਐਪੀਥੈਟ ਕੀ ਹੁੰਦਾ, ਸਪੀਸੀਜ਼ ਮਤਲਬ ਕੀ ਹੁੰਦੀ ਉਹਨਾਂ ਦੀ, ਸੈਪੀਅਨਸ। ਦ ਸਾਇੰਟੀਫਿਕ ਨੇਮ ਥਸ ਫॉर ਹਿਊਮਨ ਬੀਇੰਗ ਵਾਸ ਹੋਮੋ ਸੈਪੀਅਨਸ। ਇਹ ਵੀ ਤੁਸੀਂ ਯਾਦ ਰੱਖਣਾ ਹੈ ਵੀ ਉਹਨਾਂ ਦਾ ਸਾਇੰਟੀਫਿਕ ਨੇਮ ਕੀ ਹੈ ਹਿਊਮਨਸ ਦਾ, ਮਤਲਬ ਕਿ ਆਪਣਾ ਕੀ ਹੈ ਹਿਊਮਨਸ ਦਾ ਕੀ ਹੈ, ਹੋਮੋ ਸੈਪੀਅਨਸ। ਠੀਕ ਹੈ। ਅੱਗੇ ਇਸ ਤੋਂ ਹਾਈਅਰ ਦੀ ਕੈਟਾਗਰੀ ਜੋ ਕਿ ਮੈਂਜੀਫੇਰਾ ਆ ਜਾਂਦੀ ਹੈ, ਜਿਵੇਂ ਸੋਲੇਨਮ ਆ ਜਾਂਦੀ ਹੈ, ਪੈਂਥਰ ਆ ਜਾਂਦੀ ਹੈ। ਇਸ ਨੂੰ ਆਪਾਂ ਕੀ ਕਹਿੰਦੇ ਹਾਂ, ਜੀਨਸ ਕਹਿੰਦੇ ਹਾਂ। ਠੀਕ ਹੈ। ਅਤੇ ਇਹੀ ਇਹਨਾਂ ਨੇ ਅੱਗੇ ਐਗਜ਼ਾਮਪਲ ਜਿਵੇਂ ਪੋਟੈਟੋ 'ਚ ਆ ਜਾਂਦਾ ਹੈ, ਬਰਿੰਜਲ 'ਚ ਆ ਜਾਂਦਾ। ਇਹ ਹੈਗੀ ਤਾਂ ਅਲੱਗ-ਅਲੱਗ ਕੈਟੇਗਰੀ ਨੇ, ਪਰ ਜਿਹੜਾ ਇਹਨਾਂ ਦਾ ਮੂਹਰੇ ਜਿਵੇਂ ਪੈਂਦਾ ਹੈ, ਜਿਹੜਾ ਆਪਾਂ ਪੋਟੈਟੋ ਆਪਾਂ ਨੂੰ ਕੀ ਕਹਿੰਦੇ ਹਾਂ, ਪੋਟੈਟੋ ਨੂੰ ਆਪਾਂ ਕੀ ਕਹਿੰਦੇ ਹਾਂ, ਸੋਲੇਨਮ, ਇਹ ਸੋਲੇਨਮ ਟੂਬੀਰੋਸਮ। ਠੀਕ ਹੈ। ਅਤੇ ਉਸਦਾ ਕੀ ਹੈ, ਬਰਿੰਜਲ ਦਾ ਸੋਲੇਨਮ ਜੇ ਆਪਾਂ ਨੇ ਪੜ੍ਹਿਆ ਸੀਗਾ ਕੀ ਸੀਗਾ, ਸੋਲੇਨਮ ਮੈਲੋਗਨਾ। ਠੀਕ ਹੈ। ਇਹ ਸੀਗਾ। ਇਹਨਾਂ ਅੰਦਰ ਆਪਾਂ ਦੇਖੀਏ ਜਿਹੜਾ ਆਹ ਸੋਲੇਨਮ ਹੈ ਇਹ ਕੀ ਰਿਪਰੈਜ਼ੈਂਟ ਕਰ ਰਿਹਾ ਹੈ, ਇਸ ਦੇ ਜੀਨਸ ਨੂੰ ਰਿਪਰੈਜ਼ੈਂਟ ਕਰ ਰਿਹਾ ਹੈ। ਜਿਵੇਂ ਪੋਟੈਟੋ ਅਤੇ ਬਰਿੰਜਲ ਦੇ ਜਿਹੜਾ ਜੀਨਸ ਆ ਉਹ ਕੀ ਹੈ, ਸੋਲੇਨਮ ਹੈ। ਪਰ ਇਹਨਾਂ ਦੇ ਜਿਹੜੇ ਉਹ ਨੇ, ਜੇ ਆਪਾਂ ਦੇਖੀਏ ਸਪੀਸੀਜ਼ ਦੇਖੀਏ ਉਹ ਕੀ ਨੇ, ਸਪੀਸੀਜ਼ ਕੀ ਹੈ, ਡਿਫਰੈਂਟ ਨੇ। ਉਹ ਟਿਊਬੀਰੋਸ਼ਮ ਤੋਂ ਬਿਲੋਂਗ ਕਰਦੇ ਅਤੇ ਉਹ ਮੈਲੋਗਨਾ ਤੋਂ ਬਿਲੋਂਗ ਕਰਦਾ ਹੈ। ਠੀਕ ਹੈ। ਅਤੇ ਆਪਾਂ ਜੇ ਅੱਗੇ ਗੱਲ ਕਰਦੇ ਹਾਂ ਜਿਵੇਂ ਪੈਂਥਰਾ ਵਿੱਚ, ਜੇ ਆਪਾਂ ਹੁਣ ਟਾਈਗਰਸ ਦੇ ਵਿੱਚ ਵੀ ਦੇਖੀਏ ਨਾ, ਮਤਲਬ ਕਿ ਸ਼ੇਰਾਂ ਵਿੱਚ ਆਪਾਂ ਦੇਖੀਏ, ਮਤਲਬ ਕਿ
ਉਹ ਵੀ ਅਲੱਗ-ਅਲੱਗ ਚੀਤਾ ਵਗੈਰਾ ਆਉਂਦੇ ਉਸਦੇ ਅੰਦਰ, ਜਿਵੇਂ ਲਾਇਨ ਹੋ ਗਿਆ, ਜਿਵੇਂ ਹੋ ਗਿਆ ਪੈਂਥਰੋ ਲੀਓ ਹੁੰਦਾ ਇਹਦਾ, ਅਤੇ ਲੀਪੜ ਦੇਖੀ ਹੁੰਦਾ ਪੈਂਥਰੋ ਪੈਰਾਡਾਈਸ ਹੁੰਦਾ, ਐਂਡ ਜੇ ਟਾਈਗਰ ਹੁੰਦਾ ਉਹਦਾ ਕੀ ਹੁੰਦਾ ਪੈਂਥਰਾ ਟੀਗਰਿਸ। ਜਿਹੜਾ ਇਹਨਾਂ ਅੰਦਰ ਪੈਂਥਰਾ ਇਹ ਕੀ ਹੈ, ਇਹਨਾਂ ਦਾ ਜੀਨਸ ਹੈ ਵਿਦ ਸੈਵਰਲ ਕਾਮਨ ਕਰੈਕਟਰ। ਅੰਦਰ ਬਹੁਤ ਸਾਰੇ ਕਾਮਨ ਕਰੈਕਟਰ ਹੁੰਦੇ ਨੇ, ਜੇ ਇਹਨਾਂ ਦਾ ਜੀਨਸ ਕੀ ਹੈ ਪੈਂਥਰ ਹੈ। ਇਹ ਤੁਸੀਂ ਛੋਟੀ ਛੋਟੀ ਚੀਜ਼ਾਂ ਨੇ ਨਾ ਜਿਹੜੀਆਂ ਨਾਈਗਰਮ ਵਗੈਰਾ ਵੀ ਸਪੀਸੀਸ ਨੇ, ਅਤੇ ਇਹ ਛੋਟੀ ਛੋਟੀ ਚੀਜ਼ਾਂ ਨਾ ਜੇ ਤੁਸੀਂ ਨੇ ਯਾਦ ਰੱਖਣੇ ਵੀ ਮੈਲਗਨ ਵਗੈਰਾ ਸਪੀਸੀਸ ਨੇ, ਅਤੇ ਜਿਹੜੇ ਸੋਲਨਮ ਵਗੈਰਾ ਨੇ ਪੈਂਥਰ ਵਗੈਰਾ ਨੇ ਇਹ ਜੀਨਸ ਨੇ, ਠੀਕ ਹੈ। ਅਤੇ ਕਿਸ ਦੀਆਂ ਜੀਨਸ ਨੇ ਅਤੇ ਇਹ ਕਿਸ ਦੀਆਂ ਉਹ ਨੇ, ਠੀਕ ਹੈ। ਤੁਸੀਂ ਨੇ ਛੋਟੀ ਛੋਟੀ ਚੀਜ਼ਾਂ ਯਾਦ ਰੱਖਣੀਆਂ ਨੇ। ਅਤੇ ਅੱਗੇ ਇਹ ਜਿਹੜੇ ਜੀਨਸ ਇਹ ਅੱਗੇ ਵੀ ਮਤਲਬ ਕਿ ਅੱਗੇ ਤੋਂ ਅੱਗੇ ਇਹਨਾਂ ਦਾ ਗਰੁੱਪਡ ਹੋ ਗਿਆ, ਮਤਲਬ ਕਿ ਇਹ ਜੀਨਸ ਫੈਮਿਲੀ ਅੰਦਰ ਬਹੁਤ ਸਾਰੀਆਂ ਆਹ ਜੀਨਸ ਆ ਗਈ, ਠੀਕ ਹੈ। ਇੱਕ ਫੈਮਿਲੀ ਬਹੁਤ ਸਾਰੇ ਜੀਨਸ ਨੂੰ ਮਤਲਬ ਕਿ ਇਕੱਠਾ ਰੱਖ ਲੈਂਦੀ ਹੈ, ਠੀਕ ਹੈ। ਦ ਨੈਕਸਟ ਕੈਟਾਗਰੀਜ਼ ਫੈਮਿਲੀ ਕੀ ਹੁੰਦੀ ਹੈ ਗਰੁੱਪ ਆਫ ਰਿਲੇਟਡ ਜੈਨਰ, ਮਤਲਬ ਕਿ ਜਿਹੜਾ ਗਰੁੱਪ ਹੁੰਦਾ ਬਹੁਤ ਸਾਰੀਆਂ ਜੀਨਸ ਦਾ ਗਰੁੱਪ ਹੁੰਦਾ, ਠੀਕ ਹੈ ਫੈਮਿਲੀ। ਸਟਿਲ ਇਹਦੇ ਅੰਦਰ ਵੀ ਨੰਬਰ ਆਫ ਸਿਮਿਲੈਰਿਟੀਜ਼ ਬਹੁਤ ਘੱਟ ਹੁੰਦੀਆਂ ਨੇ ਐਜ਼ ਕੰਪੇਅਰ ਟੂ ਜੀਨਸ ਅਤੇ ਸਪੀਸੀਜ਼ ਵਿੱਚ। ਜੀਨਸ ਅਤੇ ਸਪੀਸੀਜ਼ ਵਿੱਚ ਇਹਨਾਂ ਅੰਦਰ ਸਿਮਿਲੈਰਿਟੀਆਂ ਬਹੁਤ ਜ਼ਿਆਦਾ ਹੁੰਦੀਆਂ ਨੇ। ਸਪੀਸੀਜ਼ ਵਿੱਚ ਤਾਂ ਸਭ ਤੋਂ ਜ਼ਿਆਦਾ ਸਿਮਿਲੈਰਿਟੀਜ਼ ਹੁੰਦੀਆਂ ਨੇ, ਅਤੇ ਇਸ ਤੋਂ ਬਾਅਦ ਜੀਨਸ ਵਿੱਚ ਹੁੰਦੀਆਂ ਨੇ, ਅਤੇ ਉਸ ਤੋਂ ਬਾਅਦ ਕਿਸ ਹੁੰਦੇ ਨੇ ਫੈਮਿਲੀ ਵਿੱਚ, ਠੀਕ ਹੈ। ਫੈਮਿਲੀ ਸਭ ਤੋਂ ਘੱਟ ਕਿਸ ਦੇ ਹੁੰਦੀਆਂ ਨੇ, ਉਹ ਹੁੰਦੀਆਂ ਨੇ ਕਿੰਗਡਮ ਵਿੱਚ, ਠੀਕ ਹੈ। ਕਿਸ ਦੇ ਹੁੰਦੇ ਨੇ ਕਿੰਗਡਮ ਵਿੱਚ ਕਿਵੇਂ, ਜਿਵੇਂ ਐਨੀਮੀਲੀਆ ਅਤੇ ਪਲਾਂਟੇ। ਐਨੀਮਲ 'ਚ ਤਾਂ ਸਾਰੇ ਉਹ ਇੰਕਲੂਡ ਹੋ ਜਾਂਦੇ ਨੇ, ਅਤੇ ਪਲਾਂਟੇ ਵਿੱਚ ਕਿਵੇਂ ਹੁੰਦਾ, ਪਲਾਂਟੇ ਵਿੱਚ ਸਾਰੇ ਪੌਦੇ ਆ ਜਾਂਦੇ ਨੇ। ਉਹਨਾਂ ਅੰਦਰ ਕੋਈ ਸਿਮਿਲੈਰਿਟੀ ਤਾਂ ਨਹੀਂ ਰੱਖੀ ਆਪਾਂ ਨੇ, ਜਿਵੇਂ ਕੋਈ ਵੀ ਜਿਵੇਂ ਆਪਾਂ ਨੇ ਜਿਹੜੇ ਮੈਂਗੋ ਦੇ ਕੈਟੇਗਰੀਆਂ ਨੇ ਉਹ ਅਲੱਗ ਕਰਤੀਆਂ, ਮੈਂਗੋ ਦੇ ਬਰੀਡ ਨੇ ਉਹ ਅਲੱਗ ਕਰਤੇ, ਅਤੇ ਜਿਹੜੇ ਐਨੀਮਲਸ ਵਿੱਚ ਆਪਾਂ ਦੇਖਦੇ ਵੀ ਡੋਗ ਅਲੱਗ ਕਰਤੇ, ਉਹਦੇ ਅੰਦਰ ਡੋਗ ਦੇ ਕੱਟ ਸਾਰੇ ਇੱਕੋ ਜਿਹੇ ਰੱਖਦੇ ਐਨੀਮਲ 'ਚ ਕਿੰਗਡਮ 'ਚ, ਠੀਕ ਹੈ, ਐਨੀਮਲ ਕਿੰਗਡਮ 'ਚ। ਪਰ ਜਿਹੜੇ ਪਲਾਂਟੇ ਕਿੰਗਡਮ ਹੈ ਉਹ 'ਚ ਵੀ ਸਾਰਿਆਂ 'ਚ ਇੱਕੋ ਜਿਹੀ ਰੱਖਦੀ ਹੈ। ਪਰ ਜਿਹੜੇ ਹੁਣ ਜੀਨਸ ਸਪੈਸੀਜ਼ ਵਗੈਰਾ ਇਹ 'ਚ ਅਲੱਗ-ਅਲੱਗ ਕੈਟੇਗਰੀਜ਼ 'ਚ ਡਿਵਾਈਡ ਕਰਤਾ ਉਹਨਾਂ ਨੇ ਅੱਗੇ, ਤਾਂ ਕਰਕੇ ਸਭ ਤੋਂ ਜ਼ਿਆਦਾ ਸਿਮਿਲੈਰਿਟੀਜ਼ ਕਿਸ ਵਿੱਚ ਦਿਖਣਗੀਆਂ ਆਪਾਂ ਨੂੰ, ਸਪੀਸੀਜ਼ ਵਿੱਚ ਦਿਖਣੀਆਂ, ਅਤੇ ਡਿਸਸਿਮਿਲੈਰਿਟੀ ਸਭ ਤੋਂ ਜ਼ਿਆਦਾ ਕਿਸੇ ਵਿੱਚ ਦਿਖਣਗੀਆਂ, ਕਿੰਗਡਮ ਐਨੀਮੀਲੀਆ ਅਤੇ ਕਿੰਗਡਮ ਫਾਈਲਮ ਵਿੱਚ, ਜਾਂ ਫਿਰ ਆਪਾਂ ਸਿੰਪਲੀ ਕਹਿ ਸਕਦੇ ਹਾਂ ਕਿੰਗਡਮ ਵਿੱਚ, ਠੀਕ ਹੈ। Families are characterized on the basis of both vegetative reproduction features। ਜਿਹੜੇ ਫੈਮਲੀਜ਼ ਨੇ ਉਹ ਕਿਸ ਦੇ ਬੇਸ 'ਤੇ ਡਿਵਾਈਡ ਕੀਤੀਆਂ ਜਾਂਦੀਆਂ ਨੇ, ਇਹ ਵੀ ਤੁਸੀਂ ਨੇ ਯਾਦ ਰੱਖਣਾ। ਜਿਹੜੇ ਫੈਮਲੀਜ਼ ਨੇ ਉਹ ਕਿਸ ਦੇ ਬੇਸ 'ਤੇ ਡਿਵਾਈਡ ਕੀਤੀਆਂ ਜਾਂਦੀਆਂ ਨੇ, ਵੈਜੀਟੇਟਿਵ ਅਤੇ ਰਿਪਰੋਡਕਟਿਵ ਫੀਚਰਸ ਦੇ ਉੱਤੇ ਇਹ ਪਲਾਂਟਸ ਨੂੰ ਡਿਵਾਈਡ ਕੀਤਾ ਜਾਂਦਾ ਹੈ, ਠੀਕ ਹੈ। ਫੈਮਲੀਜ਼ ਦੇ ਜਿਹੜੇ ਪਲਾਂਟਸ ਦੀਆਂ ਫੈਮਲੀਜ਼ ਨੂੰ ਕਿਸ ਤਰ੍ਹਾਂ ਡਿਵਾਈਡ ਕੀਤੀਆਂ ਜਾਂਦੀਆਂ ਨੇ, ਵੈਜੀਟੇਟਿਵ ਅਤੇ ਰਿਪਰੋਡਕਟਿਵ ਦੇ ਫੀਚਰਸ ਦੇ ਬੇਸ 'ਤੇ, ਠੀਕ ਹੈ। ਅਮੰਗ ਪਲਾਂਟਸ ਫੋਰ ਐਗਜ਼ਾਮਪਲ 3 ਜਨਰਲ ਲਾਈਕ ਸੋਲੇਨਮ ਅਤੇ ਪੈਟਿਊਨੀਆ ਦਤੂਰਾ ਆਰ ਪਲੇਸਡ ਇਨ ਸੇਮ ਫੈਮਿਲੀ, ਮਤਲਬ ਕਿ ਉਹਨਾਂ ਦੀ ਫੈਮਿਲੀ ਸੇਮ ਹੈ। ਫੈਮਿਲੀ ਕੀ ਹੈ ਸੋਲੇਨੇਸੀ, ਸੋਲੇਨੇਸੀ ਇੱਕੋ ਫੈਮਿਲੀ 'ਚ ਰੱਖਤੇ, ਠੀਕ ਹੈ, ਠੀਕ ਹਨ ਸੋਲੇਨਮ ਵਗੈਰਾ ਪੈਟਿਊਨੀਆ ਦਤੂਰਾ ਵਗੈਰਾ, ਠੀਕ ਹੈ। ਅਤੇ ਅਮੰਗ ਐਨੀਮਲਸ ਫੋਰ ਐਗਜ਼ਾਮਪਲ ਜੀਨਸ ਪੈਂਥਰਾ ਜਿਹੜਾ ਮਤਲਬ ਕਿ ਜੀਨਸ ਪੈਂਥਰਾ ਅੰਦਰ ਕੌਣ ਕੌਣ ਆ ਜਾਂਦੇ ਨੇ, ਪੈਂਥਰਾ ਲੀਓ ਪੈਂਥਰਾ, ਹਾਂ ਇਹ ਸਾਰੇ ਇੱਕੋ ਫੈਮਿਲੀ 'ਚ ਹੀ ਰੱਖਦੇ। ਫਿਰ ਅੱਗੇ ਕਿਸ ਫੈਮਿਲੀ ਅੰਦਰ, ਫੈਮਿਲੀ ਫਿਲਾਡੇ, ਕੀ ਹੋ ਗਿਆ ਫੈਮਿਲੀ ਫਿਲਾਡੇ, ਠੀਕ ਹੈ। ਸਿਮਿਲਰਲੀ ਇਫ ਯੂ ਓਬਜ਼ਰਵ ਦਾ ਫੀਚਰ ਆਫ ਕੈਟ ਆ ਡੋਗ ਯੂ ਵਿਲ ਫਾਈਂਡ ਸਮ ਸਿਮਿਲੈਰਿਟੀਜ਼। ਅੰਦਰ ਛੋਟੀ ਛੋਟੀ ਸਿਮਿਲੈਰਿਟੀ ਹੁੰਦੀ ਜੇ ਆਪਾਂ ਕੈਟ ਅਤੇ ਡੋਗ ਵਿੱਚ, ਜਿਵੇਂ ਅੰਦਰ 4 ਮੋਰਫੋਲੋਜੀਕਲ ਮਤਲਬ ਕਿ ਮੋਰਫੋਲੋਜੀਕਲ ਤੁਸੀਂ ਇਹ ਸਮਝ ਸਕਦੇ ਹੋ। ਮੋਰਫੋਲੋਜੀਕਲ ਕੀ ਹੁੰਦੇ ਨੇ, ਜਿਹੜੇ ਬਾਹਰਲੇ ਕਰੈਕਟਰ ਹੁੰਦੇ ਜਿਵੇਂ ਹੱਥ ਪੈਰ ਇਹ ਚੀਜ਼ਾਂ, ਸਕਿਨ ਵਗੈਰਾ। ਇਹ ਜੇ ਆਪਾਂ ਦੇਖੀਏ ਕੈਟ ਜਿਹੜੇ ਬਿੱਲੀ ਅਤੇ ਕੁੱਤੇ ਉਹਦੇ ਅੰਦਰ ਲਗਭਗ ਹਰ ਸਿਮਿਲੈਰਿਟੀ ਬਹੁਤ ਹੁੰਦੀਆਂ ਨੇ, ਜਿਵੇਂ ਕਿ ਦੋਹਾਂ ਨੂੰ ਬਹੁਤ ਜ਼ਿਆਦਾ ਸੁਣਦਾ ਹੈ। ਜੇ ਆਪਾਂ ਦੇਖੀਏ ਤਾਂ ਦੋਹਾਂ ਅੰਦਰ ਚਾਰ ਹੀ ਲੱਤਾਂ ਹੁੰਦੀਆਂ ਨੇ। ਜੇ ਆਪਾਂ ਮੱਕੜੀਆਂ ਦੀ ਗੱਲ ਕਰੀਏ ਉਹਨਾਂ ਅੰਦਰ 6 ਲੱਤਾਂ ਹੁੰਦੀਆਂ ਨੇ, ਤਾਂ ਉਹਨਾਂ ਤੋਂ ਅਲੱਗ ਆ ਗਿਆ ਇਹ, ਠੀਕ ਹੈ। ਸਿਮਿਲਰਲੀ ਇਫ ਯੂ ਓਬਜ਼ਰਵ ਦਾ ਫੀਚਰ ਆਫ ਕੈਟ ਐਂਡ ਡੋਗ ਯੂ ਵਿਲ ਫਾਈਂਡ ਸਮ ਸਿਮਿਲੈਰਿਟੀ ਸਮ ਡਿਫਰੈਂਸ ਐਜ਼ ਵੈਲ। ਜੇ ਆਪਾਂ ਹੁਣ ਦੇਖੀਏ ਬਿੱਲੀ ਅਤੇ ਉਹਦੇ ਅੰਦਰ ਬਹੁਤ ਡਿਫਰੈਂਸ ਵੀ ਸਕਿਨ ਦੇ ਅੰਦਰ ਦੇਖ ਸਕਦੇ ਤੁਸੀਂ, ਬਹੁਤ ਸਾਰੇ ਡਿਫਰੈਂਟ ਉਹ ਹੁੰਦੇ ਨੇ ਉਹਨਾਂ ਅੰਦਰ। ਅਤੇ ਜੇ ਆਪਾਂ ਦੇਖੀਏ ਜੀ ਬਿੱਲੀ ਨੂੰ ਉਹ ਜ਼ਿਆਦਾ ਫਲੈਕਸੀਬਲ ਹੁੰਦੀ ਹੈ ਡੋਗ ਨਾਲੋਂ। ਅਤੇ ਹੁਣ ਤੁਸੀਂ ਯਾਦ ਰੱਖਣਾ ਹੈ ਵੀ ਦੇ ਆ ਸੈਪਰੇਟਡ ਅਮੰਗ ਡਿਫਰੈਂਟ ਫਲਾਡਿਆਂ ਨੇ ਕੈਨਾਡੇ ਗਰੁੱਪ, ਠੀਕ ਹੈ, ਰਿਸਪੈਕਟਿਵਲੀ, ਠੀਕ ਹੈ। ਅਤੇ ਅੱਗੇ ਦਾ ਟੋਪਿਕ ਆਪਾਂ ਕੱਲ੍ਹ ਕਰਾਂਗੇ। ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗਦੀ ਹੈ ਤਾਂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਨਾ, ਅਤੇ ਮੇਰੇ ਚੈਨਲ ਨੂੰ ਸਪੋਰਟ ਜ਼ਰੂਰ ਕਰਨਾ, ਅਤੇ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਨ ਦੀ ਕੋਸ਼ਿਸ਼ ਜ਼ਰੂਰ ਕਰਿਆ ਕਰੋ। ਸਬਸਕ੍ਰਾਈਬ ਅਤੇ ਘੰਟੀ ਦਾ ਬਟਨ ਜ਼ਰੂਰ ਦਬਿਓ।